ਸਮੇਂ ਦੀ ਗੱਲ ਹੈ, ਇੱਕ ਬਹੁਤ ਅਮੀਰ ਆਦਮੀ ਸੀ। ਉਹਨਾਂ ਦੀਆਂ 3 ਬੇਟੀਆਂ ਸੀ, ਜਿਹਦੇ ਚੋਂ 2 ਬਹੁਤ ਹੀ ਲਾਲਚੀ ਅਤੇ ਮਤਲਬੀ ਸੀ। ਪਰ ਉਹਨਾਂ ਦੀ ਤੀਜੀ ਬੇਟੀ ਦੇ ਦਿਲ ਵਿੱਚ ਢੇਰ ਸਾਰਾ ਪਿਆਰ ਸੀ। ਇੱਕ ਦਿਨ ਪਿਓ ਨੂੰ ਖਬਰ ਮਿਲੀ ਕਿ ਉਹਨਾਂ ਦੇ ਕੁਝ ਜਹਾਜ਼ ਤੂਫਾਨ ਦੀ ਵਜ੍ਹਾ ਨਾਲ ਸਮੁੰਦਰ ਵਿੱਚ ਡੁੱਬ ਗਏ ਨੇ। ਉਸ ਵਿਚਾਰੇ ਦਾ ਸਭ ਕੁਝ ਖਤਮ ਹੋ ਗਿਆ, ਸਿਵਾਏ ਜਿਸ ਘਰ ਵਿੱਚ ਉਹ ਰਹਿੰਦੇ ਸੀ। ਦੋਵੇਂ ਲਾਲਚੀ ਭੈਣਾਂ ਇਸ ਗੱਲ ਤੋਂ ਜ਼ਰਾ ਪਰੇਸ਼ਾਨ ਸੀ। ਉਸ ਪੂਰਾ ਦਿਨ ਉਹ ਬਸ ਬੈਠੇ ਚੰਗਾ ਮੰਦਾ ਬੋਲ ਰਹੀਆਂ ਸੀ। ਘਰ ਦਾ ਸਾਰਾ ਕੰਮ ਬਿਊਟੀ ਹੀ ਕਰ ਰਹੀ ਸੀ। ਕੁਝ ਸਮੇਂ ਬਾਅਦ ਪਿਤਾ ਜੀ ਨੂੰ ਪਤਾ ਚੱਲਿਆ ਕਿ ਉਹਨਾਂ ਦਾ ਇੱਕ ਜਹਾਜ਼ ਸਮੁੰਦਰ ਕੰਢੇ ਪਹੁੰਚ ਗਿਆ ਹੈ। ਉਹ ਉਹਦੇ ਕੋਲ ਜਾਣ ਦੀ ਤਿਆਰੀ ਕਰਨ ਲੱਗੇ। ਜਾਣ ਤੋਂ ਪਹਿਲਾਂ ਉਹਨਾਂ ਨੇ ਆਪਣੀ ਬੇਟੀਆਂ ਨੂੰ ਪੁੱਛਿਆ, ਤੁਹਾਡੇ ਤਿੰਨਾਂ ਦੇ ਵਾਸਤੇ ਅਸੀਂ ਕੀ ਲਿਆਈਏ? ਡਰੈਸ, ਸ਼ੂਜ਼, ਨੈਕਲੈਸ ਅਤੇ ਬ੍ਰੇਸਲੇਟਸ। ਤੇ ਤੇਰੇ ਲਈ ਬਿਊਟੀ, ਕੁਛ ਤਾਂ ਮੰਗ। ਬਸ ਇੱਕ ਗੁਲਾਬ ਦਾ ਫੁੱਲ ਡੈਡੀ। ਪਿਤਾ ਜੀ ਇੱਕ ਲੰਮਾ ਸਫ਼ਰ ਤੈਅ ਕਰਕੇ ਉਸ ਜਹਾਜ਼ ਤੱਕ ਪਹੁੰਚੇ। ਨਾ ਉਸ ਵਿੱਚ ਕੋਈ ਸਮਾਨ ਸੀ, ਨਾ ਹੀ ਉਹ ਜਹਾਜ਼ ਕੰਮਦਾ ਰਹਿ ਗਿਆ ਸੀ। ਉਦਾਸ ਅਤੇ ਥੱਕੇ ਹਾਰੇ ਉਹ ਵਾਪਸ ਘਰ ਨੂੰ ਮੁੜ ਪਏ। ਹਨੇਰਾ ਹੁੰਦੇ ਉਹ ਇੱਕ ਜੰਗਲ ਵਿੱਚ ਪਹੁੰਚੇ। ਸੁਨਸਾਨ ਪਿਆ ਸੀ ਅਤੇ ਠੰਡ ਵੀ ਸੀ। ਬਰਫ਼ ਪੈ ਰਹੀ ਸੀ। ਕਈ ਘੰਟਿਆਂ ਤੱਕ ਉਹ ਤੁਰਦੇ ਰਹੇ, ਬਰਫ਼ ਦੇ ਉੱਤੇ ਵੀ। ਅਖੀਰ ਇੱਕ ਜਗ੍ਹਾ ਉਹਨਾਂ ਨੂੰ ਇੱਕ ਕੈਸਲ ਦਿਖਿਆ, ਜਿਹਦੇ ਵਿੱਚ ਲਾਈਟਾਂ ਜਲ ਰਹੀਆਂ ਸੀ। ਉਹ ਮਦਦ ਦੀ ਉਮੀਦ ਵਿੱਚ ਅੰਦਰ ਗਏ। ਕੁਝ ਅਜੀਬ ਸੀ ਉਹ ਕੈਸਲ। ਸਾਰੇ ਪਾਸੇ ਲਾਈਟਾਂ ਜਲ ਰਹੀਆਂ ਸੀ। ਡਾਈਨਿੰਗ ਟੇਬਲ ਤੇ ਖਾਣਾ ਵੀ ਲੱਗਿਆ ਸੀ ਅਤੇ ਚਿਮਨੀ ਵੀ ਜਲ ਰਹੀ ਸੀ। ਮਗਰ ਇਨਸਾਨ ਇੱਕ ਵੀ ਨਜ਼ਰ ਨਹੀਂ ਆ ਰਿਹਾ ਸੀ। ਉਹਨਾਂ ਨੇ ਆਵਾਜ਼ ਵੀ ਲਗਾਈ, ਪਰ ਕੋਈ ਜਵਾਬ ਨਹੀਂ। ਕਦੋਂ ਤੱਕ ਰੁਕਦੇ? ਭੁੱਖ ਬੜੀ ਲੱਗੀ ਸੀ। ਉਹਨਾਂ ਨੇ ਖਾਣਾ ਖਾਇਆ ਅਤੇ ਇੱਕ ਸੋਹਣੇ ਜਿਹੇ ਬੈੱਡ ਤੇ ਸੋ ਗਏ। ਜਦੋਂ ਉਹ ਸਵੇਰੇ ਉੱਠੇ, ਉਹਨਾਂ ਨੂੰ ਪਾਉਣ ਵਾਸਤੇ ਤਾਜ਼ੇ ਕੱਪੜੇ ਤਿਆਰ ਮਿਲੇ। ਥੱਲੇ ਗਏ ਤਾਂ ਸ਼ਾਨਦਾਰ ਬ੍ਰੇਕਫਾਸਟ ਤਿਆਰ ਸੀ। ਇਹ ਜ਼ਰੂਰ ਕਿਸੇ ਪਰੀ ਦਾ ਕੈਸਲ ਹੋਵੇਗਾ, ਵਰਨਾ ਕੋਈ ਕਿਸੇ ਦੀ ਐਨੀ ਮਦਦ ਕਰਦਾ ਹੈ। ਉਹ ਮਿਲੇ ਤਾਂ ਮੈਂ ਥੈਂਕ ਯੂ ਬੋਲਾਂਗਾ ਮਿਲਕਰ। ਕੈਸਲ ਚੋਂ ਨਿਕਲਦੇ ਹੋਏ ਉਹਨਾਂ ਨੂੰ ਗਾਰਡਨ ਵਿੱਚ ਗੁਲਾਬ ਦਿਖਿਆ। ਉਹਨਾਂ ਨੇ ਸੋਚਿਆ, ਮੈਂ ਆਪਣੀ ਦੋਨਾਂ ਬੇਟੀਆਂ ਵਾਸਤੇ ਤਾਂ ਕੁਝ ਨਹੀਂ ਲੈ ਕੇ ਜਾ ਰਿਹਾ, ਘੱਟ ਤੋਂ ਘੱਟ ਬਿਊਟੀ ਵਾਸਤੇ ਤਾਂ ਲੈ ਜਾਵਾਂ। ਜਿੱਦਾਂ ਹੀ ਉਹਨਾਂ ਨੇ ਇੱਕ ਗੁਲਾਬ ਤੋੜਿਆ, ਧਰਤੀ ਹਿੱਲਣ ਲੱਗੀ ਅਤੇ ਹਵਾ ਤੇਜ਼ ਹੋ ਗਈ। ਪੇੜਾਂ ਦੇ ਵਿੱਚੋਂ ਇੱਕ ਰਾਖਸ਼ਸ ਵਰਗਾ ਦਿਖਣ ਵਾਲਾ ਬੀਸਟ ਨਿਕਲ ਕੇ ਆਇਆ। ਪਿਤਾ ਜੀ ਦਾ ਸਿਰ ਚਕਰਾਣ ਲੱਗਾ ਉਹਨੂੰ ਦੇਖ ਕੇ। ਮੈਂ ਤੈਨੂੰ ਖਾਣਾ ਦਿੱਤਾ, ਕੱਪੜੇ ਦਿੱਤੇ, ਰਹਿਣ ਦੀ ਜਗ੍ਹਾ ਦਿੱਤੀ, ਤੇ ਤੁਸੀਂ ਮੇਰੇ ਗੁਲਾਬ ਤੋੜਦੇ ਹੋ। ਇਹ ਸ਼ਰਾਫਤ ਹੈ ਤੁਹਾਡੀ। ਪਿਤਾ ਜੀ ਉਹਨੂੰ ਸੌਰੀ ਕਹਿੰਦੇ ਰਹੇ ਅਤੇ ਦੱਸਿਆ ਕਿ ਉਹ ਇੱਕ ਗੁਲਾਬ ਆਪਣੀ ਬੇਟੀ ਵਾਸਤੇ ਲੈ ਕੇ ਜਾਣਾ ਚਾਹੁੰਦੇ ਸੀ। ਜੋ ਤੁਸੀਂ ਕੀਤਾ ਉਹਦੀ ਸਜ਼ਾ ਤੇ ਮਿਲੇਗੀ। ਮੈਨੂੰ ਮਾਫ ਕਰ ਦੇਵੋ। ਮੈਂ ਤੁਹਾਨੂੰ ਇੱਕ ਹੀ ਸ਼ਰਤ ਨਾਲ ਮਾਫ ਕਰ ਸਕਦਾ। ਬੀਸਟ ਨੇ ਪਿਓ ਨੂੰ ਬੋਲਿਆ, ਤੁਹਾਡੀ 3 ਧੀਆਂ ਨੇ, ਜੇ ਉਹਨਾਂ ਚੋਂ ਇੱਕ ਮੇਰੇ ਨਾਲ ਰਹਿਣ ਲੱਗੇ ਤਾਂ ਮੈਂ ਤੈਨੂੰ ਜ਼ਿੰਦਾ ਰਹਿਣ ਦਿਆਂਗਾ। ਦਿਲ ਤੇ ਬੋਝ ਲੈ ਕੇ ਪਿਤਾ ਜੀ ਘਰ ਵੱਲ ਤੁਰ ਪਏ। ਘਰ ਪਹੁੰਚਣ ਤੇ ਦੋਨੋਂ ਮਤਲਬੀ ਭੈਣਾਂ ਨੇ ਪਿਤਾ ਜੀ ਦੀ ਕਹਾਣੀ ਸੁਣੀ, ਪਰ ਬੀਸਟ ਦੀ ਸ਼ਰਤ ਨੂੰ ਅਣਸੁਣਾ ਕਰ ਦਿੱਤਾ। ਬਿਊਟੀ ਉਹਨਾਂ ਤੋਂ ਵੱਖਰੀ ਸੀ। ਡੈਡੀ, ਜੇ ਤੁਸੀਂ ਹਾਂ ਕਹੋ ਤਾਂ ਬੀਸਟ ਦੇ ਕੋਲ ਮੈਂ ਚਲੀ ਜਾਣੀ ਹਾਂ। ਦੋਨੋਂ ਮਤਲਬੀ ਭੈਣਾਂ ਖੁਸ਼ ਹੋ ਗਈਆਂ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਵੈਸੇ ਵੀ ਸਾਰੀ ਗਲਤੀ ਬਿਊਟੀ ਦੀ ਹੀ ਸੀ।
ਉਦਾਸ ਅਤੇ ਮਜਬੂਰ ਪਿਤਾ ਜੀ ਬਿਊਟੀ ਨੂੰ ਲੈ ਕੇ ਕੈਸਲ ਵੱਲ ਨਿਕਲੇ। ਪਹੁੰਚ ਕੇ ਵੇਖਿਆ ਕਿ ਸਭ ਕੁਝ ਪਹਿਲਾਂ ਵਰਗਾ ਹੀ ਸੀ। ਟੇਬਲ ਤੇ ਖਾਣਾ ਸੀ ਅਤੇ ਕੋਈ ਨਜ਼ਰ ਨਹੀਂ ਆ ਰਿਹਾ ਸੀ। ਉਹਨਾਂ ਨੇ ਖਾਣਾ ਖਾਣਾ ਸ਼ੁਰੂ ਹੀ ਕੀਤਾ ਸੀ ਕਿ ਬੀਸਟ ਉੱਥੇ ਪਹੁੰਚਿਆ। ਉਹਨੂੰ ਦੇਖਦੇ ਹੀ ਬਿਊਟੀ ਦੀ ਹਾਲਤ ਖਰਾਬ ਹੋ ਗਈ, ਕਿਉਂਕਿ ਬੀਸਟ ਉਨਾ ਹੀ ਭਿਆਨਕ ਸੀ ਜਿੰਨਾ ਪਿਤਾ ਜੀ ਨੇ ਉਹਨੂੰ ਦੱਸਿਆ ਸੀ। ਬੀਸਟ ਨੇ ਬਹੁਤ ਨਮਰਤਾ ਦੇ ਨਾਲ ਪੁੱਛਿਆ, ਕੀ ਤੂੰ ਇੱਥੇ ਆਪਣੀ ਮਰਜ਼ੀ ਨਾਲ ਆਈ ਹੈ? ਹਾਂ। ਤਾਂ ਕੱਲ ਸਵੇਰੇ ਤੇਰੇ ਪਿਤਾ ਜੀ ਇੱਥੋਂ ਚਲੇ ਜਾਣਗੇ ਤੇ ਕਦੀ ਨਹੀਂ ਮੁੜेंगे। ਬਿਊਟੀ ਅਗਲੀ ਸਵੇਰ ਉੱਠੀ ਤਾਂ ਪਿਤਾ ਜੀ ਜਾ ਚੁੱਕੇ ਸੀ ਅਤੇ ਸ਼ਾਨਦਾਰ ਬ੍ਰੇਕਫਾਸਟ ਉਹਦੀ ਉਡੀਕ ਕਰ ਰਿਹਾ ਸੀ। ਉਹ ਕੁਝ ਦੇਰ ਗਾਰਡਨ ਵਿੱਚ ਘੁੰਮ ਰਹੀ ਸੀ। ਗੁਲਾਬ ਦੇਖਦੇ ਹੀ ਉਹ ਉਦਾਸ ਹੋ ਗਈ। ਫਿਰ ਉਹ ਕੈਸਲ ਦੇ ਅੰਦਰ ਗਈ। ਇੱਕ ਬੂਹਾ ਗੁਲਾਬ ਨਾਲ ਭਰਿਆ ਸੀ। ਉਹਨੂੰ ਸਮਝ ਨਹੀਂ ਆਇਆ ਉਹ ਉਹਦੇ ਅੰਦਰ ਗਈ। ਬਹੁਤ ਸੋਹਣੇ ਤਰੀਕੇ ਨਾਲ ਉਸ ਰੂਮ ਨੂੰ ਸਜਾਇਆ ਗਿਆ ਸੀ। ਉਹਦੇ ਵਿੱਚ ਕਿਤਾਬਾਂ, ਫੁੱਲ ਅਤੇ ਮਿਊਜ਼ੀਕਲ ਇਨਸਟਰੂਮੈਂਟ ਸੀ। ਉਹਨੂੰ ਲੱਗਿਆ ਕਿ ਜਿਹੜਾ ਰੂਮ ਨੂੰ ਇਸ ਤਰ੍ਹਾਂ ਸਜਾ ਸਕਦਾ ਹੈ ਉਹ ਕਿਸੇ ਨੂੰ ਸੱਟ ਨਹੀਂ ਪੁਜਾ ਸਕਦਾ। ਫਿਰ ਉਹਨੇ ਇੱਕ ਕਿਤਾਬ ਚੁੱਕੀ। ਉਹਦੇ ਵਿੱਚ ਗੋਲਡਨ ਲੈਟਰਸ ਨਾਲ ਲਿਖਿਆ ਸੀ, ਸਾਹਿਬਾ ਤੁਹਾਡੀ ਖੁਆਇਸ਼ ਮੇਰੀ ਲਈ ਹੁਕਮ ਹੈ। ਕਾਸ਼ ਮੈਂ ਡੈਡੀ ਨੂੰ ਹੁਣੇ ਦੇਖ ਪਾਂਦੀ। ਜਿੱਦਾਂ ਹੀ ਬਿਊਟੀ ਨੇ ਬੋਲਿਆ, ਉਹਨੂੰ ਸ਼ੀਸ਼ੇ ਵਿੱਚ ਪਿਤਾ ਜੀ ਦਿਖੇ। ਬਿਊਟੀ ਬਹੁਤ ਖੁਸ਼ ਹੋਈ। ਉਹਦੇ ਪਿਤਾ ਜੀ ਉਹਦੇ ਸਾਹਮਣੇ ਜੋ ਸੀ, ਉਸੇ ਰਾਤ ਡਿਨਰ ਦੇ ਸਮੇਂ ਬੀਸਟ ਫੇਰ ਆਇਆ। ਕਿ ਮੈਂ ਤੁਹਾਨੂੰ ਦੇਖ ਸਕਦਾ ਹਾਂ ਬਿਊਟੀ? ਇਹ ਕੈਸਲ ਤੁਹਾਡਾ ਹੈ, ਮੈਨੂੰ ਕਿਉਂ ਪੁੱਛ ਰਹੇ ਹੋ? ਨਹੀਂ, ਹੁਣ ਇਹ ਸਭ ਤੁਹਾਡਾ ਹੈ। ਤੁਸੀਂ ਚਾਹੋ ਤਾਂ ਮੈਂ ਹੁਣੇ ਨਿਕਲ ਜਾਵਾਂ ਇੱਥੋਂ। ਬਿਊਟੀ ਨੂੰ ਬਹੁਤ ਅਚਰਜ ਹੋਇਆ ਇਹ ਸੁਣ ਕੇ। ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ ਕਿ ਮੈਂ ਸੱਚੀ ਹੀ ਬਦਸੂਰਤ ਹਾਂ? ਉਹਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਬੋਲੇ। ਫਿਰ ਉਹਨੇ ਸਿਰ ਹਿਲਾ ਕੇ ਹਾਮੀ ਭਰੀ। ਤਾਂ ਮੇਰੇ ਨਾਲ ਵਿਆਹ ਕਰੇਂਗੀ? ਇਸ ਵਾਰੀ ਬਿਊਟੀ ਜਰਾ ਸਖਤੀ ਨਾਲ ਬੋਲ ਪਈ, ਨਹੀਂ। ਬੀਸਟ ਵਾਪਸ ਮੁੜ ਕੇ ਚਲਾ ਗਿਆ, ਉਦਾਸ, ਕੱਲਾ। ਹਰ ਰੋਜ਼ ਡਿਨਰ ਦੇ ਵੇਲੇ ਬੀਸਟ ਬਿਊਟੀ ਨੂੰ ਮਿਲਦਾ ਸੀ ਅਤੇ ਉਹਦੀ ਕਾਫੀ ਦੇਖਭਾਲ ਕਰਦਾ ਸੀ। ਏਦਾਂ ਹੀ ਦਿਨ ਗੁਜ਼ਰਦੇ ਰਹੇ ਅਤੇ ਬਿਊਟੀ ਨੂੰ ਬੀਸਟ ਦੀ ਆਦਤ ਜਿਹੀ ਪੈ ਗਈ ਸੀ। ਕਾਸ਼ ਇਹ ਜਰਾ ਸੋਹਣੇ ਹੁੰਦੇ। ਕੁਝ ਮਹੀਨੇ ਹੋਰ ਗੁਜ਼ਰੇ। ਹੁਣ ਬਿਊਟੀ ਨੂੰ ਬੀਸਟ ਤੋਂ ਕੋਈ ਡਰ ਨਹੀਂ ਸੀ, ਬਲਕਿ ਉਹਨੂੰ ਉਹ ਪਸੰਦ ਆਣ ਲੱਗਾ ਸੀ। ਇੱਕ ਦਿਨ ਉਹਨੂੰ ਸ਼ੀਸ਼ੇ ਵਿੱਚ ਆਪਣੇ ਪਿਤਾ ਜੀ ਬਿਮਾਰ ਦਿਸੇ। ਉਹ ਬੀਸਟ ਦੇ ਕੋਲ ਗਈ ਘਰ ਜਾਣ ਲਈ ਪੁੱਛਣ, ਕਿਉਂਕਿ ਉਹਨੂੰ ਆਪਣੇ ਪਿਤਾ ਜੀ ਦੀ ਦੇਖਭਾਲ ਕਰਨੀ ਸੀ। ਬਿਲਕੁਲ ਤੁਸੀਂ ਜਾ ਸਕਦੇ ਹੋ, ਪਰ ਜੇ ਤੁਸੀਂ ਵਾਪਸ ਨਹੀਂ ਆਏ ਸ਼ਾਇਦ ਮੈਂ ਦੁੱਖ ਨਾਲ ਮਰ ਜਾਵਾਂਗਾ। ਮੈਂ ਇੱਕ ਹਫ਼ਤੇ ਵਿੱਚ ਵਾਪਸ ਆ ਜਾਵਾਂਗੀ। ਬੀਸਟ ਨੇ ਬਿਊਟੀ ਨੂੰ ਇੱਕ ਮੁੰਦਰੀ ਦਿੱਤੀ। ਉਹਨੂੰ ਜੇ ਉਹ ਸੌਂਦੇ ਵੇਲੇ ਉਤਾਰ ਦਵੇ, ਉਹ ਉੱਠੇਗੀ ਸਿੱਧਾ ਕੈਸਲ ਦੇ ਅੰਦਰ। ਅਗਲੀ ਸਵੇਰ ਉਹ ਆਪਣੇ ਪਿਤਾ ਜੀ ਦੇ ਘਰ ਵਿੱਚ ਆਪਣੇ ਪੁਰਾਣੇ ਬੈੱਡ ਤੇ ਜਾਗੀ। ਉਹ ਆਪਣੇ ਡੈਡੀ ਨੂੰ ਵੇਖ ਕੇ ਬਹੁਤ ਖੁਸ਼ ਹੋਈ ਅਤੇ ਉਹਦੇ ਡੈਡੀ ਦੀ ਅੱਧੀ ਬਿਮਾਰੀ ਭੱਜ ਗਈ ਉਹਨੂੰ ਮਿਲ ਕੇ। ਦੁਪਹਿਰ ਨੂੰ ਬਿਊਟੀ ਦੀਆਂ ਭੈਣਾਂ, ਜਿਨ੍ਹਾਂ ਦਾ ਹੁਣ ਵਿਆਹ ਹੋ ਚੁੱਕਾ ਸੀ, ਪਿਤਾ ਜੀ ਨੂੰ ਮਿਲਣ ਆਈਆਂ। ਘਰ ਵਿੱਚ ਬਿਊਟੀ ਨੂੰ ਦੇਖ ਕੇ ਉਹਨਾਂ ਨੂੰ ਬਹੁਤ ਗੁੱਸਾ ਆਇਆ। ਉਹਨਾਂ ਨੇ ਉਹਨੂੰ ਉਲਝਣ ਵਿੱਚ ਫਸਾਉਣ ਦੀ ਠਾਣ ਲਈ। ਉਹਨੂੰ ਇੱਧਰ ਇੱਕ ਹਫ਼ਤਾ ਹੋਰ ਰੋਕ ਲੈਨੇ ਹਾਂ। ਬੀਸਟ ਗੁੱਸੇ ਵਿੱਚ ਆਏਗਾ ਅਤੇ ਉਹਨੂੰ ਮਾਰ ਦੇਵੇਗਾ। ਦੋਨੋਂ ਭੈਣਾਂ ਬਿਊਟੀ ਕੋਲ ਜਾ ਕੇ ਰੋਣ ਲੱਗੀਆਂ ਅਤੇ ਕਿਹਾ ਕਿ ਉਹਨਾਂ ਨੂੰ ਵੱਖ-ਵੱਖ ਨਹੀਂ ਰਹਿਣਾ।
ਬਿਊਟੀ ਨੇ ਫੈਸਲਾ ਕਰ ਲਿਆ ਇੱਕ ਹੋਰ ਹਫ਼ਤਾ ਉੱਥੇ ਰਹਿਣ ਦਾ। ਕੁਝ ਦਿਨਾਂ ਵਿੱਚ ਹੀ ਬਿਊਟੀ ਨੂੰ ਬੀਸਟ ਦੀ ਯਾਦ ਆਉਣ ਲੱਗ ਪਈ। ਇੱਕ ਰਾਤ ਉਹਨੇ ਬੀਸਟ ਨੂੰ ਆਪਣੇ ਗਾਰਡਨ ਵਿੱਚ ਬੇਜਾਨ ਜਿਹਾ ਪਿਆ ਹੋਇਆ ਵੇਖਿਆ। ਉਹ ਇੱਕਦਮ ਘਬਰਾ ਉੱਠੀ। ਮੈਂ ਕਿੰਨੀ ਮਤਲਬੀ ਬਣ ਰਹੀ ਹਾਂ। ਉਹਨੇ ਉਸੇ ਵੇਲੇ ਆਪਣੀ ਮੁੰਦਰੀ ਕੱਢ ਕੇ ਰੱਖ ਦਿੱਤੀ ਅਤੇ ਅਗਲੀ ਸਵੇਰ ਉਹ ਬੀਸਟ ਦੀ ਕੈਸਲ ਵਿੱਚ ਉੱਠੀ। ਉਹ ਦਿਨ ਭਰ ਬੀਸਟ ਦਾ ਰਸਤਾ ਦੇਖਦੀ ਰਹੀ, ਪਰ ਉਹਦੀ ਕੋਈ ਖਬਰ ਨਹੀਂ। ਘੰਟੋਂ ਪਰੇਸ਼ਾਨ ਰਹੀ, ਪਰ ਬੀਸਟ ਦੀ ਕੋਈ ਖਬਰ ਨਹੀਂ। ਇੱਕਦਮ ਤੋਂ ਉਹ ਗਾਰਡਨ ਵਿੱਚ ਗਈ। ਬੀਸਟ ਉੱਥੇ ਹੀ ਪਿਆ ਸੀ, ਬਿਲਕੁਲ ਓਦਾਂ ਹੀ ਜਿੱਦਾਂ ਸੁਪਨੇ ਵਿੱਚ ਦੇਖਿਆ ਸੀ ਉਹਨੇ। ਬਿਊਟੀ ਭੱਜ ਕੇ ਗਈ ਉਹਦੇ ਕੋਲ ਅਤੇ ਉਹਨੂੰ ਗਲੇ ਲਾ ਲਿਆ। ਬੀਸਟ ਦਾ ਦਿਲ ਧੜਕ ਰਿਹਾ ਸੀ। ਉਹਨੇ ਬੜੀ ਮੁਸ਼ਕਿਲ ਨਾਲ ਅੱਖਾਂ ਖੋਲੀਆਂ ਤੇ ਕੁਝ ਕਿਹਾ। ਮੈਨੂੰ ਲੱਗਿਆ ਸੀ ਤੁਸੀਂ ਨਹੀਂ ਆਓਗੇ ਸਾਹਿਬਾ, ਤਾਂ ਹੀ ਮੈਂ ਖਾਣਾ ਪੀਣਾ ਛੱਡ ਦਿੱਤਾ ਸੀ ਤੇ ਮੈਂ ਮਰਨ ਦੀ ਉਡੀਕ ਕਰ ਰਿਹਾ ਸੀ। ਪਰ ਮੈਂ ਤਾਂ ਤੈਨੂੰ ਚਾਹੁੰਦੀ ਹਾਂ। ਤੁਸੀਂ ਮੇਰੇ ਨਾਲ ਵਿਆਹ ਕਰੋਗੇ? ਉਸੇ ਪਲ ਕੁਝ ਜਾਦੂ ਜਿਹਾ ਹੋਣ ਲੱਗਿਆ। ਕੈਸਲ ਦੀ ਖੂਬਸੂਰਤੀ 2 ਗੁਣਾ ਹੋ ਗਈ। ਬਿਊਟੀ ਨੇ ਚਮਕਦੀਆਂ ਅੱਖਾਂ ਨਾਲ ਚਾਰੋਂ ਪਾਸੇ ਵੇਖਿਆ ਅਤੇ ਫਿਰ ਜਦੋਂ ਬੀਸਟ ਵੱਲ ਮੁੜੀ ਉਹ ਤੇ ਉੱਥੇ ਇੱਕ ਗੱਭਰੂ ਜਵਾਨ ਤੇ ਸੋਹਣਾ ਪ੍ਰਿੰਸ ਸੀ। ਉਹਨੂੰ ਦੇਖਦੇ ਹੀ ਬਿਊਟੀ ਨੂੰ ਰੋਣਾ ਆ ਗਿਆ। ਤੁਸੀਂ ਕੌਣ ਹੋ? ਬੀਸਟ ਸੀ ਇੱਥੇ, ਉਹ ਕਿੱਥੇ ਗਏ? ਪ੍ਰਿੰਸ ਉੱਠ ਕੇ ਬੋਲਿਆ, ਮੈਂ ਹੀ ਉਹ ਬੀਸਟ ਹਾਂ। ਇੱਕ ਡਾਇਨ ਨੇ ਮੇਰੇ ਉੱਤੇ ਜਾਦੂ ਕਰਕੇ ਮੈਨੂੰ ਇੱਕ ਭਿਆਨਕ ਬੀਸਟ ਬਣਾ ਦਿੱਤਾ ਸੀ। ਜੇ ਤੁਸੀਂ ਮੈਨੂੰ ਵਿਆਹ ਲਈ ਨਹੀਂ ਪੁੱਛਦੇ, ਮੈਨੂੰ ਪੂਰੀ ਜ਼ਿੰਦਗੀ ਬੀਸਟ ਬਣ ਕੇ ਹੀ ਕੱਟਣੀ ਪੈਂਦੀ। ਬਿਊਟੀ ਇਹ ਸੁਣ ਕੇ ਬਹੁਤ ਖੁਸ਼ ਹੋਈ। ਸੱਚੇ ਦਿਲ ਨਾਲ ਉਹਨੂੰ ਸੱਚਾ ਪਿਆਰ ਜੋ ਮਿਲਿਆ। ਬਿਊਟੀ ਅਤੇ ਪ੍ਰਿੰਸ ਨੇ ਵਿਆਹ ਕੀਤਾ ਅਤੇ ਹਮੇਸ਼ਾ ਖੁਸ਼ੀ-ਖੁਸ਼ੀ ਰਹੇ। ਇੱਕ ਵਕਤ ਦੀ ਗੱਲ ਹੈ, ਬਹੁਤ ਦੂਰ ਇੱਕ ਥਾਂ ਤੇ 2 ਬੈਸਟ ਫਰੈਂਡ ਸੀ ਜਿਹੜੇ ਕੋਲ-ਕੋਲ ਦੇ ਟਾਊਨ ਵਿੱਚ ਰਹਿੰਦੇ ਸੀ। ਉਹਨਾਂ ਦੇ ਨਾਮ ਸੀ ਕੇ ਅਤੇ ਗ੍ਰੇਡਾ। ਕੇ ਅਤੇ ਗ੍ਰੇਡਾ ਨੇ ਇੱਕ ਰੋਜ਼ ਲਾਇਆ ਆਪਣੇ ਵਿਹੜੇ ਵਿੱਚ, ਆਪਣੇ ਪਿਆਰ ਦੀ ਨਿਸ਼ਾਨੀ ਮੰਨ ਕੇ। ਇਹ ਰੋਜ਼ਸ ਉਹਨਾਂ ਦੇ ਨਾਲ ਹੀ ਵੱਡੇ ਹੋਣ ਲੱਗੇ। ਸਿਆਲਾਂ ਦਾ ਮੌਸਮ ਸੀ ਅਤੇ ਹਰ ਪਾਸੇ ਬਰਫ਼ ਹੀ ਬਰਫ਼ ਪੈ ਰਹੀ ਸੀ ਅਤੇ ਉਹਦੇ ਨਾਲ ਹੀ ਵਕਤ ਆ ਗਿਆ ਸੀ ਗ੍ਰੇਡਾ ਦੀ ਬੇਬੇ ਤੋਂ ਮਜ਼ੇਦਾਰ ਕਹਾਣੀਆਂ ਸੁਣਨ ਦਾ। ਇਹ ਸਿਆਲ ਤੇ ਬਰਫ਼ ਕਿੱਥੋਂ ਆਉਂਦੇ ਨੇ? ਬਹੁਤ ਦੂਰ ਤੋਂ, ਬੇਬੇ ਨੇ ਜਵਾਬ ਦਿੱਤਾ ਅਤੇ ਸ਼ੁਰੂ ਕੀਤੀ ਆਪਣੀ ਕਹਾਣੀ। ਇੱਕ ਦੇਸ਼ ਸੀ, ਬਰਫ਼ ਹੀ ਬਰਫ਼ ਹਰ ਪਾਸੇ। ਉੱਥੋਂ ਦੀ ਰਾਣੀ ਕੱਲੀ ਰਹਿੰਦੀ ਸੀ ਆਪਣੀ ਬਰਫ਼ ਦੀ ਕੈਸਲ ਵਿੱਚ, ਜਿਹੜਾ ਉਹਨੇ ਆਪੇ ਹੀ ਬਣਾਇਆ ਸੀ। ਇਹ ਸਨੋ ਕੁਈਨ ਬੜੀ ਸੋਹਣੀ ਸੀ ਅਤੇ ਗੋਰੀ ਵੀ ਬਰਫ਼ ਵਰਗੀ। ਪਰ ਸਨੋ ਕੁਈਨ ਦਿਲ ਦੀ ਮਾੜੀ ਸੀ। ਆਈਸ ਕੈਸਲ ਵਿੱਚ ਕਈ ਸਾਰੇ ਰਾਜ਼ ਲੁਕੋ ਕੇ ਰੱਖੇ ਹੋਏ ਸੀ। ਉਹਦਾ ਆਈਸ ਮਿਰਰ ਵੀ ਇੱਕ ਜਾਦੂ ਦਾ ਮਿਰਰ ਸੀ। ਇਹਦੇ ਵਿੱਚ ਹੀ ਉਹ ਦੁਨੀਆ ਵਿੱਚ ਕਿੱਥੇ ਕੀ ਹੋ ਰਿਹਾ ਹੈ ਸਭ ਵੇਖ ਸਕਦੀ ਸੀ। ਉਸੇ ਵੇਲੇ ਗ੍ਰੇਡਾ ਨੂੰ ਇੰਜ ਲੱਗਿਆ ਜਿਵੇਂ ਸਨੋ ਕੁਈਨ ਉਹਨੂੰ ਬਾਰੀ ਵਿੱਚੋਂ ਵੇਖ ਰਹੀ ਸੀ। ਕੀ ਬੇਬੇ ਜੀ ਵੇਖੋ, ਸਨੋ ਕੁਈਨ ਬਾਰੀ ਤੇ। ਓਏ ਕੋਈ ਬਿੱਲੀ ਹੋਗੀ, ਠੰਡ ਤੋਂ ਪਰੇਸ਼ਾਨ। ਬੇਬੇ ਜੀ ਕੀ ਸਨੋ ਕੁਈਨ ਇੱਥੇ ਆ ਸਕਦੀ ਹੈ? ਆਉਣ ਦੋ, ਮੈਂ ਉਸੇ ਵੇਲੇ ਉਹਨੂੰ ਚੁੱਕ ਕੇ ਚਿਮਨੀ 'ਚ ਸੁੱਟ ਦਾਂਗਾ। ਪਿਘਲ ਕੇ ਪਾਣੀ ਹੋ ਜਾਊਗੀ ਵਾਟਰ ਕੁਈਨ। ਆਪਣੇ ਆਈਸੀ ਮਿਰਰ ਵਿੱਚ ਸਨੋ ਕੁਈਨ ਨੇ ਵੇਖਿਆ ਕਿ ਕੇ
ਕੀ ਬੋਲ ਰਿਹਾ ਸੀ। ਤਾਂ ਤੂੰ ਮੈਨੂੰ ਚਿਮਨੀ ਵਿੱਚ ਸੁੱਟੇਗਾ ਤੇ ਵਾਟਰ ਕੁਈਨ ਬਣਾਵੇਂਗਾ। ਮੇਰੇ ਆਈ ਸਪਾਰਕਲਸ, ਜਾਓ, ਮੇਰੀ ਸ਼ਕਤੀ ਨਾਲ ਇਸ ਮੁੰਡੇ ਨੂੰ ਲੱਭੋ। ਉਹਦਾ ਦਿਲ ਅਤੇ ਉਹਦੀਆਂ ਅੱਖਾਂ ਮੈਨੂੰ ਚਾਹੀਦੀਆਂ ਨੇ। ਉਹਦੀ ਨਜ਼ਰ ਵਿੱਚ ਬੁਰਾਈ ਭਰ ਦਿਓ ਅਤੇ ਉਹਦੇ ਦਿਲ ਵਿੱਚੋਂ ਪਿਆਰ ਨੂੰ ਕੱਢ ਸੁੱਟੋ। ਹੌਲੀ-ਹੌਲੀ ਇੱਕ ਬਰਫੀਲੀ ਹਨੇਰੀ ਗ੍ਰੇਡਾ ਦੇ ਘਰ ਦੇ ਕੋਲ ਤੇਜ਼ ਹੋਣ ਲੱਗੀ। ਆਈ ਸਪਾਰਕਲ ਉਹਦੇ ਵੱਲ ਨੂੰ ਹੀ ਆ ਰਹੇ ਸੀ। ਬਾਹਰ ਕੀ ਹੋ ਰਿਹਾ ਹੈ ਇਹ ਵੇਖਣ ਲਈ ਕੇ ਨੇ ਬਾਰੀ ਖੋਲੀ। ਗ੍ਰੇਡਾ ਉਸੇ ਵੇਲੇ ਜ਼ੋਰ ਨਾਲ ਬੋਲੀ, ਪਰ ਦੇਰ ਹੋ ਚੁੱਕੀ ਸੀ। ਮੇਰੀਆਂ ਅੱਖਾਂ, ਕੁਝ ਪੈ ਗਿਆ ਅੱਖਾਂ ਵਿੱਚ ਔਰ ਦਿਲ ਵਿੱਚ। ਕੀ ਹੈ ਇਹ ਸਭ? ਅਤੇ ਉਸੇ ਵੇਲੇ ਆਈ ਸਪਾਰਕਲਸ ਨੇ ਸਨੋ ਕੁਈਨ ਦਾ ਕੰਮ ਕਰ ਦਿੱਤਾ ਸੀ। ਉਹਦੀਆਂ ਅੱਖਾਂ ਅਤੇ ਦਿਲ ਤੇ ਸੱਟ ਲੱਗ ਚੁੱਕੀ ਸੀ ਅਤੇ ਕੇ ਬਦਲ ਚੁੱਕਿਆ ਸੀ। ਗ੍ਰੇਡਾ ਨੇ ਪੁੱਛਿਆ ਉਹਨੂੰ ਕੀ ਹੋਇਆ, ਪਰ ਉਹ ਮੁੜ ਕੇ ਉਹਦੇ ਉੱਤੇ ਚਿল্ਲਾਇਆ, ਕੁਝ ਨਹੀਂ ਹੋਇਆ, ਠੀਕ ਹਾਂ, ਪਰੇਸ਼ਾਨ ਨਾ ਕਰ। ਇਹ ਪਹਿਲੀ ਵਾਰੀ ਸੀ ਕਿ ਗ੍ਰੇਡਾ ਨਾਲ ਇੰਨੀ ਬਦਤਮੀਜ਼ੀ ਨਾਲ ਬੋਲਿਆ। ਗ੍ਰੇਡਾ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਏਦਾਂ ਦਾ ਕਿਉਂ ਹੋ ਗਿਆ। ਕੇ ਨੇ ਸਵੇਰੇ ਵੀ ਬਦਤਮੀਜ਼ੀ ਕੀਤੀ ਸੀ ਜਦੋਂ ਉਹ ਆਪਣਾ ਸਲੇ ਬਾਹਰ ਕੱਢ ਰਿਹਾ ਸੀ। ਗ੍ਰੇਡਾ ਨੇ ਪੁੱਛਿਆ ਕਿ ਕਿੱਥੇ ਜਾ ਰਹੇ ਹੋ। ਉਹ ਮੁੜ ਕੇ ਉਹਦੇ ਉੱਤੇ ਭੜਕ ਪਿਆ। ਉਹ ਸਲੇ ਉੱਤੇ ਚੜ੍ਹ ਕੇ ਤੁਰ ਗਿਆ। ਗ੍ਰੇਡਾ ਉਹਦੇ ਤੱਕ ਨਹੀਂ ਪੁੱਜ ਸਕੀ। ਅਚਾਨਕ ਉਹਦੇ ਸਾਹਮਣੇ ਸਨੋ ਕੁਈਨ ਆ ਗਈ ਅਤੇ ਕੇ ਉਹਦੇ ਪਿੱਛੇ ਪਿੱਛੇ ਤੁਰ ਪਿਆ। ਗ੍ਰੇਡਾ ਕੁਝ ਵੀ ਨਹੀਂ ਕਰ ਸਕੀ ਤੇ ਕੇ ਗਾਇਬ ਹੋ ਗਿਆ। ਸਨੋ ਕੁਈਨ ਉਹਨੂੰ ਆਪਣੇ ਆਈਸ ਕੈਸਲ ਵਿੱਚ ਲੈ ਕੇ ਜਾ ਰਹੀ ਸੀ। ਗ੍ਰੇਡਾ ਬਾਰੀ ਤੇ ਖੜੀ ਉਹਦੀ ਰਾਹ ਵੇਖਦੀ ਰਹੀ। ਦਿਨ ਮਹੀਨੇ ਲੰਘ ਗਏ ਅਤੇ ਸਿਆਲਾਂ ਦਾ ਮੌਸਮ ਵੀ ਚਲਾ ਗਿਆ, ਪਰ ਕੇ ਨਹੀਂ ਆਇਆ। ਆਪੇ ਹੀ ਕੁਝ ਕਰਨ ਦੀ ਸੋਚ ਕੇ ਗ੍ਰੇਡਾ ਨਿਕਲ ਪਈ ਆਪਣੇ ਦੋਸਤ ਨੂੰ ਲੱਭਣ, ਨਾਲ ਸਿਰਫ ਬੇਬੇ ਦਾ ਦਿੱਤਾ ਹੋਇਆ ਮਿਰਰ ਲੈ ਕੇ। ਬਹਾਦਰ ਗ੍ਰੇਡਾ ਨੇ ਰਸਤੇ ਵਿੱਚ ਹਰ ਇੱਕ ਬੰਦੇ ਨੂੰ ਪੁੱਛਿਆ ਕਿ ਉਹਨਾਂ ਨੇ ਕੇ ਨੂੰ ਵੇਖਿਆ ਹੈ। ਲੱਭਦੇ ਲੱਭਦੇ ਉਹ ਨਦੀ ਤੱਕ ਪਹੁੰਚ ਗਈ। ਆਲੇ ਦੁਆਲੇ ਉਹਨੂੰ ਕੋਈ ਨਹੀਂ ਦਿਸਿਆ ਜਿਹੜਾ ਉਹਨੂੰ ਕੇ ਦੇ ਬਾਰੇ ਵਿੱਚ ਦੱਸ ਸਕੇ। ਉਹਨੇ ਨਦੀ ਤੋਂ ਪੁੱਛਿਆ, ਪਰ ਕੋਈ ਜਵਾਬ ਨਹੀਂ ਮਿਲਿਆ। ਇਹਦੇ ਵਿੱਚ ਸਿੰਕਰੋ ਆਇਆ ਉਹਦੇ ਕੋਲ ਤੇ ਬੋਲਿਆ, ਨਦੀ ਕੋਲ ਜਵਾਬ ਹੈ ਤੁਹਾਡੇ ਵਾਸਤੇ, ਪਰ ਪਹਿਲੇ ਉਹਨੂੰ ਇੱਕ ਗਿਫਟ ਦੇਣਾ ਪਏਗਾ। ਗ੍ਰੇਡਾ ਨੇ ਆਪਣਾ ਫੇਵਰਿਟ ਨੈਕਲੇਸ ਕੱਢ ਕੇ ਨਦੀ ਨੂੰ ਗਿਫਟ ਦੇ ਦਿੱਤਾ। ਉਸੇ ਵੇਲੇ ਇੱਕ ਜਾਦੂ ਜਿਹਾ ਹੋਇਆ ਅਤੇ ਇੱਕ ਬੋਟ ਹਾਜ਼ਰ ਹੋ ਗਈ। ਗ੍ਰੇਡਾ ਨੇ ਸੋਚਿਆ ਕਿ ਨਦੀ ਨੂੰ ਉਹਦਾ ਗਿਫਟ ਚੰਗਾ ਲੱਗਿਆ ਹੈ ਅਤੇ ਬੋਟ ਉਹਨੂੰ ਰਿਟਰਨ ਗਿਫਟ ਦਿੱਤਾ ਹੈ। ਉਹਦੇ ਚੜ੍ਹਦੇ ਹੀ ਬੋਟ ਆਪੇ ਤੁਰ ਪਈ। ਬੋਟ ਜਾ ਕੇ ਕੰਢੇ ਤੇ ਰੁਕੀ। ਉੱਥੇ ਇੱਕ ਸੀਕ੍ਰੇਟ ਗਾਰਡਨ ਸੀ ਜਿਹਦੇ ਵਿੱਚ ਫੁੱਲ ਹੀ ਫੁੱਲ ਸੀ, ਰੰਗ ਬਿਰੰਗੇ। ਇੰਨਾ ਸੋਹਣਾ ਗਾਰਡਨ ਉਹਨੇ ਪਹਿਲਾਂ ਕਦੀ ਨਹੀਂ ਵੇਖਿਆ ਸੀ, ਪਰ ਕੁਝ ਗੜਬੜ ਸੀ। ਇਹਨਾਂ ਫੁੱਲਾਂ ਵਿੱਚ ਵਾਸ਼ਨਾ ਨਹੀਂ ਸੀ। ਗਾਰਡਨ ਦੇ ਦੂਜੇ ਪਾਸਿਓਂ ਇੱਕ ਜਨਾਨੀ ਉਹਦੇ ਵੱਲ ਆ ਰਹੀ ਸੀ। ਇਹ ਗਾਰਡਨ ਦੀ ਓਨਰ ਸੀ। ਕੀ ਹਾਲ ਚਾਲ ਪਿਆਰੀ ਕੁੜੀਏ, ਮੁਸਕਰਾ ਕੇ ਉਹਨੇ ਕਿਹਾ ਅਤੇ ਉਹਨੂੰ ਅਚਾਨਕ ਮਹਿਸੂਸ ਹੋਇਆ ਕਿ ਉਹਦੇ ਗਾਰਡਨ ਦੇ ਫੁੱਲਾਂ ਵਿੱਚੋਂ ਵਾਸ਼ਨਾ ਫੇਰ ਤੋਂ ਆ ਰਹੀ ਹੈ। ਆਮ ਸੌਰੀ, ਮੈਂ ਤੁਹਾਡੀ ਪਰਮਿਸ਼ਨ ਲਿੱਤੇ ਬਿਨਾਂ ਆ ਗਈ। ਕੋਈ ਗੱਲ ਨਹੀਂ ਧੀਏ, ਚੰਗਾ ਹੋਇਆ ਤੂੰ ਇੱਥੇ ਆਈ। ਕਈ ਸਾਲਾਂ ਤੋਂ ਕੋਈ ਆਇਆ ਹੀ ਨਹੀਂ ਮੇਰੇ ਗਾਰਡਨ ਵਿੱਚ। ਤੂੰ ਕੱਲੀ ਇੱਥੇ ਕੀ ਕਰ ਰਹੀ ਹੈ? ਗ੍ਰੇਡਾ ਨੇ ਫਲਾਵਰ ਲੇਡੀ ਨੂੰ ਕਿਹਾ ਕਿ ਉਹ ਆਪਣੇ ਦੋਸਤ ਕੇ ਨੂੰ ਲੱਭ ਰਹੀ ਹੈ, ਪਰ ਫਲਾਵਰ ਲੇਡੀ ਨੇ ਕਿਹਾ ਕਿ ਗ੍ਰੇਡਾ ਤੋਂ ਪਹਿਲਾਂ ਸਾਲਾਂ ਤੱਕ ਉਹਨੇ ਕੋਈ ਹੋਰ ਬੰਦਾ ਇੱਥੇ ਨਹੀਂ ਵੇਖਿਆ। ਤਾਂ
ਮੈਨੂੰ ਫਿਰ ਮੁੜ ਕੇ ਰੋਡ ਤੇ ਜਾਣਾ ਚਾਹੀਦਾ ਹੈ। ਮੈਨੂੰ ਕੇ ਨੂੰ ਲੱਭਣਾ ਪਵੇਗਾ। ਫਲਾਵਰ ਲੇਡੀ ਨਹੀਂ ਚਾਹੁੰਦੀ ਸੀ ਕਿ ਗ੍ਰੇਡਾ ਕਿਤੇ ਵੀ ਜਾਵੇ, ਇਸ ਕਰਕੇ ਉਹਨੇ ਇੱਕ ਝੂਠ ਬੋਲਿਆ। ਕੀ ਨਾਮ ਦੱਸਿਆ? ਸ਼ਾਇਦ ਵੇਖਿਆ ਹੋਵੇ ਉਹਨੂੰ ਕਿਤੇ। ਗ੍ਰੇਡਾ ਨੇ ਫਲਾਵਰ ਲੇਡੀ ਨੂੰ ਸਭ ਕੁਝ ਦੱਸਿਆ ਅਤੇ ਜਦੋਂ ਫਲਾਵਰ ਲੇਡੀ ਨੇ ਸਨੋ ਕੁਈਨ ਦਾ ਨਾਮ ਸੁਣਿਆ ਉਹ ਭੜਕ ਗਈ। ਸਨੋ ਕੁਈਨ? ਉਹਦਾ ਤਾਂ ਨਾਮ ਵੀ ਨਾ ਲੈ। ਉਹਦੇ ਕਰਕੇ ਹੀ ਮੇਰੇ ਫੁੱਲਾਂ ਵਿੱਚੋਂ ਵਾਸ਼ਨਾ ਚਲੀ ਗਈ ਸੀ। ਫਿਰ ਅਚਾਨਕ ਉਹਦਾ ਦਿਲ ਕੀਤਾ ਕਿ ਉਹ ਗ੍ਰੇਡਾ ਦੇ ਬਾਲ ਬਣਾਵੇ। ਗ੍ਰੇਡਾ ਨੂੰ ਸਮਝ ਨਹੀਂ ਆਇਆ ਕਿ ਕਿਉਂ, ਪਰ ਉਹਨੇ ਜਿੱਦ ਕੀਤੀ। ਗ੍ਰੇਡਾ ਨੂੰ ਇਹ ਨਹੀਂ ਪਤਾ ਸੀ ਕਿ ਉਹ ਇੱਕ ਜਾਦੂਈ ਕੰਘੀ ਸੀ। ਇਸ ਕੰਘੀ ਦੇ ਜਾਦੂ ਨਾਲ ਗ੍ਰੇਡਾ ਸਭ ਕੁਝ ਭੁੱਲ ਗਈ। ਹੁਣ ਸਿਰਫ ਖੁਸ਼ੀਆਂ ਯਾਦ ਸੀ। ਫਲਾਵਰ ਲੇਡੀ ਮਾੜੀ ਨਹੀਂ ਸੀ, ਉਹਨੇ ਇਹ ਸਭ ਚੰਗੀ ਨੀਅਤ ਨਾਲ ਕੀਤਾ ਸੀ। ਜਦੋਂ ਉਹ ਆਪਣੀ ਨੀਂਦ ਵਿੱਚੋਂ ਜਾਗੀ, ਗ੍ਰੇਡਾ ਨੂੰ ਕੁਝ ਯਾਦ ਨਹੀਂ ਰਿਹਾ। ਉਹ ਇੱਥੇ ਕਿੱਦਾਂ ਆਈ, ਕਿਉਂ ਆਈ, ਕੁਝ ਵੀ ਨਹੀਂ। ਫਿਰ ਉਹਨੂੰ 2 ਰੋਜ਼ਸ ਦਿਸੇ ਫਲਾਵਰ ਲੇਡੀ ਦੇ ਹੈਟ ਵਿੱਚ ਅਤੇ ਕੁਝ ਯਾਦ ਆਉਣ ਲੱਗਾ। ਪਿਆਰ ਦੇ ਅੱਗੇ ਕਿਹੜਾ ਜਾਦੂ ਚੱਲਿਆ ਹੈ। ਉਹਨੂੰ ਨਹੀਂ ਪਤਾ ਸੀ ਉਹ ਕਿੰਨੀ ਦੇਰ ਇੱਥੇ ਸੁੱਤੀ ਰਹੀ, ਪਰ ਉਹਦੀਆਂ ਪਿਆਰੀਆਂ ਯਾਦਾਂ ਮੁੜ ਆਈਆਂ। ਉਹ ਫਿਰ ਨਦੀ ਕੋਲ ਗਈ ਅਤੇ ਬੋਟ ਤਾਂ ਉੱਥੇ ਹੀ ਸੀ, ਪਰ ਜਾਣਾ ਕਿੱਥੇ ਹੈ ਇਹ ਪਤਾ ਨਹੀਂ ਸੀ। ਉਸੇ ਵੇਲੇ ਇੱਕ ਕਰੋ ਉਹਦੇ ਕੋਲ ਆਇਆ। ਲੱਗਦਾ ਸੀ ਜਿਵੇਂ ਉਹ ਕੁਝ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਅਤੇ ਗ੍ਰੇਡਾ ਉਹਦੇ ਪਿੱਛੇ ਪਿੱਛੇ ਤੁਰ ਪਈ ਅਤੇ ਉਹ ਪਹੁੰਚੇ ਆਈਸ ਸੀ ਵਿੱਚ। ਉੱਥੇ ਹੀ ਇੱਕ ਪਾਇਰੇਟ ਸ਼ਿਪ ਤੇ ਜਾ ਕੇ ਉਹ ਕਰੋ ਬੈਠ ਗਿਆ। ਗ੍ਰੇਡਾ ਹੌਲੀ ਜਿਹੇ ਉਸ ਸ਼ਿਪ ਕੋਲ ਪਹੁੰਚੀ। ਤਾਂ ਇਹ ਸ਼ਿਪ ਮੈਨੂੰ ਲੈ ਕੇ ਜਾਵੇਗਾ ਕੁਈਨ ਦੀ ਕੈਸਲ? ਅਚਾਨਕ ਕੁਝ ਪਾਇਰੇਟ ਉੱਥੇ ਆ ਗਏ ਅਤੇ ਉਹਨਾਂ ਵਿੱਚੋਂ ਇੱਕ ਪਾਇਰੇਟ ਕੁੜੀ ਨੇ ਗ੍ਰੇਡਾ ਨਾਲ ਗੱਲ ਕੀਤੀ। ਤੂੰ ਉੱਥੇ ਜਾਵੇਗੀ ਜਿੱਥੇ ਅਸੀਂ ਜਾਵਾਂਗੇ ਅਤੇ ਅਸੀਂ ਕਿਤੇ ਵੀ ਨਹੀਂ ਜਾ ਰਹੇ। ਉਸੇ ਵੇਲੇ ਸਨੋ ਕੁਈਨ ਕੋਸ਼ਿਸ਼ ਕਰ ਰਹੀ ਸੀ ਕਿ ਆਪਣਾ ਪਾਸਟ ਭੁੱਲ ਜਾਵੇ। ਕਾਫੀ ਕੁਝ ਤਾਂ ਉਹ ਭੁੱਲ ਗਿਆ ਸੀ, ਪਰ ਗ੍ਰੇਡਾ ਉਹਨੂੰ ਨਹੀਂ ਭੁੱਲ ਰਹੀ ਸੀ। ਬਹੁਤ ਜਲਦੀ ਤੇਰਾ ਦਿਲ ਵੀ ਠੰਡਾ ਕਰ ਦਵਾਂਗੀ, ਫਿਰ ਕੁਝ ਵੀ ਨਹੀਂ ਯਾਦ ਰਹੇਗਾ ਤੈਨੂੰ। ਪਾਇਰੇਟ ਗਰਲ ਨੂੰ ਜਦੋਂ ਪਤਾ ਲੱਗਿਆ ਗ੍ਰੇਡਾ ਤੇ ਕੇ ਦੀ ਕਹਾਣੀ ਦਾ, ਉਹਨੇ ਕਿਹਾ ਕਿ ਉਹਨੂੰ ਭੁੱਲ ਜਾ, ਕਿਉਂਕਿ ਉਹਦਾ ਨਿਕਲਣਾ ਇੰਪੋਸੀਬਲ ਹੈ। ਮੇਰਾ ਬੈਸਟ ਫਰੈਂਡ ਹੈ ਕਿ ਮੈਂ ਉਹਨੂੰ ਲੱਭ ਕੇ ਹੀ ਰਵਾਂਗੀ। ਪਾਇਰੇਟ ਗਰਲ ਨੂੰ ਇਹ ਜ਼ਿੱਦ ਅਜੀਬ ਲੱਗ ਰਹੀ ਸੀ। ਐਕਚੁਅਲੀ ਉਹ ਚਾਹੁੰਦੀ ਸੀ ਕਿ ਉਹ ਉਹਦੇ ਨਾਲ ਹੀ ਰਹੇ, ਉਹਦੀ ਫਰੈਂਡ ਬਣ ਕੇ, ਪਰ ਗ੍ਰੇਡਾ ਜਿੱਦ ਦੀ ਪੱਕੀ ਸੀ। ਉਹਨੂੰ ਤਾਂ ਮੈਂ ਬਚਾਉਣਾ ਹੀ ਹੈ। ਉਹਦੀ ਕੋਈ ਦੋਸਤ ਨਹੀਂ ਸੀ, ਇਸ ਕਰਕੇ ਪਾਇਰੇਟ ਗਰਲ ਨੂੰ ਗ੍ਰੇਡਾ ਦੀ ਇਹ ਜ਼ਿੱਦ ਬੜੀ ਚੰਗੀ ਲੱਗੀ ਅਤੇ ਉਹ ਉਹਦੇ ਨਾਲ ਤੁਰ ਪਈ। ਅਗਲੀ ਸਵੇਰ ਉਹ ਉਹਦੇ ਵਾਸਤੇ ਇੱਕ ਰੇਂਡੀਅਰ ਲੈ ਕੇ ਆਈ। ਇਹ ਪੂਰੇ ਸਨੋ ਕਿੰਗਡਮ ਦੀ ਫਾਸਟੈਸਟ ਰੇਂਡੀਅਰ ਸੀ। ਉਹ ਗ੍ਰੇਡਾ ਨੂੰ ਰਾਹ ਦੱਸਣ ਵਾਲੀ ਸੀ। ਪ੍ਰੋਮਿਸ ਕਰੋ ਕਿ ਤੁਸੀਂ ਸਨੋ ਕੁਈਨ ਨੂੰ ਫੜੋਗੇ ਅਤੇ ਮੇਰੇ ਸ਼ਿਪ ਨੂੰ ਵੀ ਬਚਾਵੋਗੇ। ਪ੍ਰੋਮਿਸ, ਮੈਂ ਮੁੜ ਕੇ ਜ਼ਰੂਰ ਆਵਾਂਗੀ। ਰੇਂਡੀਅਰ ਉੱਤੇ ਬਹਿ ਕੇ ਗ੍ਰੇਡਾ ਜਾ ਰਹੀ ਸੀ। ਉਹਨੂੰ ਪਹਿਲਾਂ ਇਹ ਜਾਣਨਾ ਸੀ ਕਿ ਸਨੋ ਕੁਈਨ ਨੂੰ ਕਿਵੇਂ ਹਰਾਣਾ ਹੈ ਅਤੇ ਰੇਂਡੀਅਰ ਉਹਨੂੰ ਇਹ ਸੀਕ੍ਰੇਟ ਦੱਸਣ ਵਾਲੀ ਸੀ। ਕਾਫੀ ਦੇਰ ਤੁਰ ਕੇ ਉਹ ਨਾਰਥ ਪੋਲ ਪਹੁੰਚੇ। ਉਹਨੂੰ ਇੱਕ 올ਡ ਮੈਨ ਮਿਲਿਆ। ਤੇ ਤੁਸੀਂ ਉਹ ਮਿਰਰ ਤੋੜ ਦਿੱਤਾ ਹੈ ਨਾ? ਗ੍ਰੇਡਾ ਨੂੰ ਸਮਝ ਨਹੀਂ ਆਇਆ ਕਿ 올ਡ ਮੈਨ ਨੂੰ ਮਿਰਰ ਦੇ ਬਾਰੇ ਵਿੱਚ ਕਿਵੇਂ ਪਤਾ ਸੀ, ਪਰ ਉਹਨੂੰ ਇਹ ਪਤਾ ਸੀ ਕਿ ਉਹ ਸਹੀ ਥਾਂ ਆਈ ਹੈ ਤੇ ਉਹਨੇ ਉਹਨਾਂ ਨੂੰ ਉਹ ਮਿਰਰ ਦਿਖਾਇਆ। ਤੇ ਮੈਂ ਸਨੋ ਕੁਈਨ ਨੂੰ ਇਹਦੇ ਨਾਲ ਹੀ ਹਰਾ ਦਵਾਂਗੀ। ਇਹ ਤਾਂ ਮੈਜਿਕ ਮਿਰਰ ਹੈ। ਇਹਦੇ 'ਚ ਸੱਚ ਦਿਖਦਾ ਹੈ, ਸਿਰਫ ਸੱਚ। ਅਗਰ ਸੱਚ ਕਿੱਥੇ ਲੁਕਿਆ ਹੋਵੇ ਤਾਂ ਵੀ ਦਿਖਦਾ ਹੈ। ਪਿਆਰ ਨਾਲੋਂ ਜ਼ਿਆਦਾ ਸਟਰੋਂਗ ਤਾਂ ਕੁਝ ਵੀ ਨਹੀਂ ਹੁੰਦਾ। ਇਸ ਕਰਕੇ ਅਸਲੀ ਤਾਕਤ ਤਾਂ ਸਾਡੇ ਵਿੱਚ ਹੈਗੀ ਹੀ ਹੈ।
ਪਿਆਰ ਦੀ ਤਾਕਤ। ਗ੍ਰੇਡਾ ਨੂੰ ਪਤਾ ਲੱਗਿਆ ਕਿ ਸਨੋ ਕੁਈਨ ਕੌਣ ਸੀ। ਇਹਨਾਂ ਦੀ ਬਦੌਲਤ ਅਗਰ ਉਹ ਸੱਚ ਦਿਖਾ ਦੇਵੇ ਤਾਂ ਉਹ ਉਹਨੂੰ ਹਰਾ ਵੀ ਸਕਦੀ ਹੈ, ਕਿਉਂਕਿ ਸਨੋ ਕੁਈਨ ਵੀ ਪਹਿਲਾਂ ਇੱਕ ਚੰਗੀ ਕੁੜੀ ਸੀ, ਪਿਆਰ ਨਾਲ ਭਰੀ ਹੋਈ। ਜਿੱਥੇ ਵੀ ਉਹ ਛੂ ਲੈਂਦੀ ਸੀ ਫੁੱਲ ਖਿੜ ਜਾਂਦੇ ਸੀ ਅਤੇ ਉਹਦੀ ਸਮਾਈਲ ਵਿੱਚ ਸੂਰਜ ਵਰਗੀ ਚਮਕ ਸੀ। ਉਹ ਇੱਕ ਬਹੁਤ ਖੁਸ਼ ਕੁੜੀ ਸੀ। ਉਹਦਾ ਨਾਮ ਸੀ ਲਾਇਲਾ, ਪਰ ਸਭ ਨੂੰ ਲੱਗਦਾ ਸੀ ਕਿ ਉਹ ਇੱਕ ਜਾਦੂਗਰਨੀ ਹੈ ਅਤੇ ਇਸ ਕਰਕੇ ਕੋਈ ਉਹਦੇ ਨਾਲ ਨਾ ਖੇਡਦਾ ਸੀ ਨਾ ਗੱਲ ਕਰਦਾ ਸੀ। ਕੱਲੇਪਨ ਨੇ ਉਹਦੀ ਖੁਸ਼ੀ ਖੋਹ ਲਈ। ਉਹਨੇ ਆਪਣੇ ਆਲੇ ਦੁਆਲੇ ਸਾਰੇ ਲੋਕਾਂ ਨਾਲ ਨਫ਼ਰਤ ਹੋਣ ਲੱਗ ਪਈ ਅਤੇ ਇੱਕ ਦਿਨ ਉਹਨੇ ਇੱਕ ਵਿਸ਼ ਕੀਤੀ, ਜਿਹੜਾ ਵੀ ਮੈਨੂੰ ਤੰਗ ਕਰੇਗਾ ਉਹ ਆਈਸ ਬਣ ਜਾਵੇਗਾ। ਅਤੇ ਫਿਰ ਉਹਨੇ ਆਪਣਾ ਸਨੋ ਕੈਸਲ ਬਣਾਇਆ, ਸਭ ਤੋਂ ਦੂਰ, ਕੱਲੇ, ਖੁਸ਼ੀਆਂ ਤੋਂ ਵੀ ਦੂਰ। ਗ੍ਰੇਡਾ ਸਨੋ ਕੈਸਲ ਵਿੱਚ ਪਹੁੰਚੀ ਅਤੇ ਉਹਨੇ ਉੱਥੇ ਕੇ ਨੂੰ ਵੇਖਿਆ, ਆਈਸ ਦੀਆਂ ਮੂਰਤੀਆਂ ਬਣਾਉਂਦੇ ਹੋਏ। ਆਖਿਰ ਮੈਨੂੰ ਤੂੰ ਮਿਲ ਗਿਆ ਕੇ, ਤੂੰ ਭੁੱਲ ਗਿਆ ਮੈਨੂੰ, ਮੈਂ ਗ੍ਰੇਡਾ। ਕੇ ਨੇ ਗ੍ਰੇਡਾ ਵੱਲ ਵੇਖਿਆ ਪਰ ਪਛਾਣਿਆ ਨਹੀਂ। ਇੱਥੇ ਮੌਜੂਦ ਹਰ ਚੀਜ਼ ਦੀ ਤਰ੍ਹਾਂ ਇਹਦਾ ਦਿਲ ਵੀ ਬਰਫ਼ ਦਾ ਬਣ ਚੁੱਕਿਆ ਹੈ। ਗ੍ਰੇਡਾ ਨੇ ਉਹਦੀ ਗੱਲ ਨੂੰ ਅਣਸੁਣਾ ਕਰ ਦਿੱਤਾ। ਛੱਡ ਇਹਨੂੰ, ਇਹ ਹੁਣ ਮੇਰਾ ਹੈ। ਮੈਂ ਤੈਨੂੰ ਵੀ ਬਰਫ਼ ਦਾ ਬਣਾ ਦੇਵਾਂਗੀ। ਨਹੀਂ ਕਰੇਂਗੀ ਤੂੰ ਏਦਾਂ ਕਿ ਆਈ ਲਵ ਯੂ। ਉਹਨੂੰ ਯਾਦ ਆਇਆ, ਗ੍ਰੇਡਾ, ਹਾਂ ਮੈਨੂੰ ਯਾਦ ਆਇਆ। ਗੁੱਸੇ ਵਿੱਚ ਸਨੋ ਕੁਈਨ ਨੇ ਆਪਣਾ ਵੌਂਡ ਘੁਮਾਇਆ ਜ਼ੋਰ ਨਾਲ ਅਤੇ ਉਸ ਵਿੱਚੋਂ ਨਿਕਲੀ ਖਤਰਨਾਕ ਕਰਸ ਆਫ ਆਈਸ। ਉਸੇ ਵੇਲੇ ਗ੍ਰੇਡਾ ਨੇ ਆਪਣਾ ਮਿਰਰ ਕੱਢਿਆ ਅਤੇ ਉਹ ਕਰਸ ਉਹਦੇ ਨਾਲ ਟਕਰਾ ਕੇ ਗਾਇਬ ਹੋ ਗਿਆ। ਸਨੋ ਕੁਈਨ ਨੇ ਗ੍ਰੇਡਾ ਦੇ ਮਿਰਰ ਵਿੱਚ ਵੇਖਿਆ ਅਤੇ ਉਹਨੂੰ ਕੁਝ ਅਜੀਬ ਲੱਗਿਆ, ਕਿਉਂਕਿ ਉਹਨੂੰ ਉਹਦੇ ਵਿੱਚ ਦਿਸਿਆ ਲਾਇਲਾ ਦਾ ਚਿਹਰਾ। ਅਚਾਨਕ ਸਨੋ ਕੁਈਨ ਆਪਣੇ ਪਿਆਰੇ ਜਿਹੇ ਰੂਪ ਵਿੱਚ ਬਦਲ ਗਈ। ਉਹ ਲਾਇਲਾ ਬਣ ਗਈ। ਥੈਂਕ ਯੂ ਵੈਰੀ ਮਚ। ਹੁਣ ਮੈਂ ਜਾਣਦੀ ਹਾਂ ਕਿ ਮੈਂ ਕੌਣ ਹਾਂ। ਮੈਂ ਫੇਰ ਤੋਂ ਆਜ਼ਾਦ ਹੋ ਗਈ ਹਾਂ। ਬਾਏ ਬਾਏ। ਕੇ ਤੇ ਗ੍ਰੇਡਾ ਇੱਕ ਦੂਜੇ ਨੂੰ ਵੇਖ ਕੇ ਮੁਸਕਰਾਏ। ਹੁਣ ਤੋਂ ਉਹ ਹਮੇਸ਼ਾ ਨਾਲ-ਨਾਲ ਰਹਿਣਗੇ, ਨਾਲ-ਨਾਲ ਵੱਡੇ ਹੋਣਗੇ। ਉਹਨਾਂ ਦੋਨੋਂ ਰੋਜ਼ਿਸ ਦੀ ਤਰ੍ਹਾਂ ਜਿਹੜੇ ਉਹਨਾਂ ਦੇ ਵਿਹੜੇ ਵਿੱਚ ਸੀ। ਬਹੁਤ ਪਹਿਲਾਂ ਇੱਥੋਂ ਬਹੁਤ ਦੂਰ ਇੱਕ ਬਹੁਤ ਸ਼ਾਨਦਾਰ ਕੈਸਲ ਹੋਇਆ ਕਰਦੀ ਸੀ। ਐਸੇ ਕੈਸਲ ਵਿੱਚ ਇੱਕ ਬਹੁਤ ਸੋਹਣੀ ਰਾਣੀ ਰਹਿੰਦੀ ਸੀ। ਰਾਣੀ ਦੀ ਬਸ ਇੱਕੋ ਇੱਛਾ ਸੀ ਅਤੇ ਉਹ ਇਹ ਸੀ ਕਿ ਉਹਨਾਂ ਦੀ ਇੱਕ ਧੀ ਹੋਵੇ। ਸਿਆਲਾਂ ਦਾ ਮੌਸਮ ਸੀ। ਰਾਣੀ ਬਾਰੀ ਕੋਲ ਬੈਠੀ ਕੱਪੜੇ ਸੀ ਰਹੀ ਸੀ। ਉਸੇ ਵੇਲੇ ਉਹਨੂੰ ਸੂਈ ਚੁੱਭ ਗਈ। ਉਹਨੇ ਕਪਾਹ ਨਾਲ ਆਪਣਾ ਲਹੂ ਪੂੰਝਦੇ ਹੋਏ ਇੱਕ ਵਿਸ਼ ਮੰਗੀ। ਮੇਰੀ ਵਿਸ਼ ਹੈ ਮੇਰੀ ਇੱਕ ਧੀ ਹੋਵੇ, ਜਿਸ ਦਾ ਰੰਗ ਬਰਫ਼ ਵਰਗਾ ਚਿੱਟਾ ਹੋਵੇ, ਜਿਸ ਦੀਆਂ ਅੱਖਾਂ ਤਾਰਿਆਂ ਵਾਂਗਣ ਚਮਕਣ ਅਤੇ ਬੁੱਲੀਆਂ ਚੈਰੀ ਵਰਗੀਆਂ ਹੋਣ ਅਤੇ ਉਹਦਾ ਦਿਲ ਖੁਸ਼ੀਆਂ ਨਾਲ ਭਰਿਆ ਹੋਵੇ। ਅਤੇ ਇੱਕ ਦਿਨ ਉਹਦੀ ਵਿਸ਼ ਪੂਰੀ ਹੋ ਗਈ। ਉਹਨਾਂ ਦੇ ਘਰ ਇੱਕ ਪਿਆਰੀ ਜਿਹੀ ਧੀ ਹੋਈ। ਉਹਨਾਂ ਨੇ ਉਹਦਾ ਨਾਮ ਰੱਖਿਆ ਸਨੋ ਵਾਈਟ। ਸਾਲ ਏਦਾਂ ਹੀ ਬੀਤਦੇ ਰਹੇ, ਪਰ ਉਹਨਾਂ ਦੀ ਖੁਸ਼ੀ ਜ਼ਿਆਦਾ ਦੇਰ ਨਹੀਂ ਟਿਕੀ। ਦਇਆਲੂ ਕੁਈਨ ਬਿਮਾਰ ਹੋਈ ਅਤੇ ਚਲ ਬਸੀ। ਰਾਜਾ ਦੀ ਉਮਰ ਹੋ ਚੱਲੀ ਸੀ ਅਤੇ ਉਹ ਕਮਜ਼ੋਰ ਹੋਣ ਲੱਗਾ ਸੀ। ਇਸ ਕਰਕੇ ਉਹਨੇ ਦੂਜਾ ਵਿਆਹ ਕਰ ਲਿੱਤਾ। ਇਹ ਰਾਣੀ ਚਿਹਰੇ ਦੀ ਤਾਂ ਖੂਬਸੂਰਤ ਸੀ, ਪਰ ਦਿਲ ਦੀ ਨਹੀਂ। ਇਹ ਬਹੁਤ ਹੀ ਘਮੰਡੀ ਜਨਾਨੀ ਸੀ। ਹਰ ਰੋਜ਼ ਰਾਣੀ ਆਪਣੇ ਮੈਜਿਕ ਮਿਰਰ ਵਿੱਚ ਦੇਖਦੀ ਸੀ ਤੇ ਇਹੀ ਸਵਾਲ ਪੁੱਛਦੀ ਸੀ, ਮਿਰਰ ਮੇਰੇ ਐ ਤਾਂ ਦੱਸ, ਕੌਣ ਹੈ ਸਭ ਤੋਂ ਸੋਹਣਾ ਇੱਥੇ? ਅਤੇ ਉਹ ਮਿਰਰ ਜਵਾਬ ਦਿੰਦਾ, ਹੋਰ ਕੌਣ ਹੋਵੇਗਾ ਭਲਾ ਤੁਹਾਡੇ ਤੋਂ ਸੋਹਣਾ ਇੱਥੇ? ਰਾਣੀ ਇਹ ਜਵਾਬ ਸੁਣ ਕੇ ਬਹੁਤ ਖੁਸ਼ ਹੁੰਦੀ ਸੀ।
ਇਸ ਭੈੜੀ ਰਾਣੀ ਦੇ ਆਂਦੇ ਹੀ ਕੈਸਲ ਵਿੱਚ ਸਭ ਕੁਝ ਬਦਲਣ ਲੱਗ ਪਿਆ। ਉਹਦੀਆਂ ਕਰਤੂਤਾਂ ਕਰਕੇ ਕਿੰਗਡਮ ਨੂੰ ਬਹੁਤ ਨੁਕਸਾਨ ਹੋਇਆ। ਉਹੀ ਪਰੇਸ਼ਾਨੀਆਂ ਨੂੰ ਠੀਕ ਕਰਨ ਵਾਸਤੇ ਰਾਜਾ ਨੂੰ ਕੈਸਲ ਤੋਂ ਬਾਹਰ ਜਾਣਾ ਪਿਆ। ਭੈੜੀ ਰਾਣੀ ਬਹੁਤ ਖੁਸ਼ ਹੋਈ ਕਿਉਂਕਿ ਰਾਜਾ ਨਹੀਂ ਸੀ ਤੇ ਉਹ ਆਪਣੀ ਮਨਮਾਨੀ ਕਰ ਸਕਦੀ ਸੀ। ਸਾਲ ਤੇ ਸਾਲ ਬੀਤਦੇ ਗਏ ਅਤੇ ਸਨੋ ਵਾਈਟ ਵੱਡੀ ਹੋ ਕੇ ਇੱਕ ਬਹੁਤ ਸੋਹਣੀ ਮੁਟਿਆਰ ਬਣ ਗਈ। ਕੁਝ ਦੂਰ ਇੱਕ ਨਦੀ ਵਿੱਚ ਪਾਣੀ ਪੀਂਦੇ ਹੋਏ ਇੱਕ ਪ੍ਰਿੰਸ ਨੂੰ ਸਨੋ ਵਾਈਟ ਦਾ ਰਿਫਲੈਕਸ਼ਨ ਦਿਖਿਆ। ਉਹਨੂੰ ਆਲੇ ਦੁਆਲੇ ਸਿਰਫ ਕੁਝ ਪੰਛੀ ਦਿਸੇ, ਸਨੋ ਵਾਈਟ ਨਹੀਂ ਮਿਲੀ। ਇੱਕ ਦਿਨ ਫੇਰ ਰਾਣੀ ਨੇ ਆਪਣੇ ਮੈਜਿਕ ਮਿਰਰ ਨੂੰ ਪੁੱਛਿਆ, ਮਿਰਰ ਐ ਤਾਂ ਦੱਸ ਕੌਣ ਹੈ ਸਭ ਤੋਂ ਸੋਹਣਾ ਇੱਥੇ? ਮਿਰਰ ਨੇ ਜਵਾਬ ਦਿੱਤਾ, ਕਿਵੇਂ ਕਹਾ? ਤੁਸੀਂ ਨਹੀਂ ਰਾਣੀ, ਸਨੋ ਵਾਈਟ ਹੈ ਸਭ ਤੋਂ ਸੋਹਣੀ। ਇਹ ਸੁਣ ਕੇ ਰਾਣੀ ਨੂੰ ਬਹੁਤ ਗੁੱਸਾ ਆਇਆ। ਉਹਨੇ ਸਭ ਤੋਂ ਖਾਸ ਸਿਪਾਹੀ ਨੂੰ ਬੁਲਾਇਆ ਅਤੇ ਇੱਕ ਖਤਰਨਾਕ ਹੁਕਮ ਦਿੱਤਾ, ਤੂੰ ਸਨੋ ਵਾਈਟ ਨੂੰ ਜੰਗਲ 'ਚ ਲੈ ਕੇ ਜਾਵੇਂਗਾ ਤੇ ਮੈਨੂੰ ਉਸ ਦਾ ਦਿਲ ਲਿਆ ਕੇ ਦੇਵੇਂਗਾ। ਸਿਪਾਹੀ ਸਨੋ ਵਾਈਟ ਨੂੰ ਰਾਣੀ ਕੋਲ ਲੈ ਗਏ। ਕੀ ਹਾਲ ਚਾਲ ਸਨੋ ਵਾਈਟ? ਜਾਓ ਜ਼ਰਾ ਜੰਗਲ ਦੀ ਸੈਰ ਕਰਾਓ, ਸਾਡਾ ਸਭ ਤੋਂ ਖਾਸ ਹੰਟਰ ਤੁਹਾਡਾ ਖਿਆਲ ਰੱਖੇਗਾ। ਸਿਪਾਹੀ ਸਨੋ ਵਾਈਟ ਨੂੰ ਘਣੇ ਜੰਗਲ ਵਿੱਚ ਲੈ ਗਿਆ। ਉਹਨੂੰ ਆਪਣਾ ਕੰਮ ਕਰਨਾ ਸੀ। ਪਰ ਸਨੋ ਵਾਈਟ ਦਾ ਨੇਕੀ ਅਤੇ ਪਿਆਰ ਭਰਿਆ ਦਿਲ ਵੇਖ ਕੇ ਉਹ ਰੁਕ ਗਿਆ। ਉਹਨੇ ਉਹਨੂੰ ਵਾਰਨਿੰਗ ਦਿੱਤੀ ਕਿ ਉਹ ਮੁੜ ਕੇ ਕਦੇ ਵੀ ਕੈਸਲ ਨਾ ਜਾਵੇ। ਸੂਰਜ ਢਲਦੇ ਹੀ ਉਹਨੂੰ ਉੱਥੇ ਛੱਡ ਕੇ ਸਿਪਾਹੀ ਕੈਸਲ ਮੁੜ ਗਿਆ। ਸਨੋ ਵਾਈਟ ਨੂੰ ਇਕੱਲੇ ਹਨੇਰੇ ਵਿੱਚ ਬਹੁਤ ਡਰ ਲੱਗ ਰਿਹਾ ਸੀ। ਉਹ ਇੱਕ ਪੇੜ ਦੇ ਥੱਲੇ ਬਹਿ ਕੇ ਰੋਣ ਲੱਗੀ ਜਦੋਂ ਤੱਕ ਉਹਨੂੰ ਨੀਂਦ ਨਹੀਂ ਆ ਗਈ। ਸਵੇਰੇ ਉਹ ਪੰਛੀਆਂ ਦੀ ਆਵਾਜ਼ ਸੁਣ ਕੇ ਉੱਠੀ। ਕਈ ਸਾਰੇ ਉਹਦੇ ਆੜੀ ਬਣ ਗਏ ਸੀ। ਇਹ ਸਾਰੇ ਪੰਛੀ ਉਹਨੂੰ ਪਹਿਲਾਂ ਤੋਂ ਹੀ ਜਾਣਦੇ ਤੇ ਚਾਹੁੰਦੇ ਸੀ ਅਤੇ ਇਸ ਕਰਕੇ ਉਹਨੂੰ ਰਾਹ ਦਿਖਾਉਂਦੇ ਹੋਏ ਆਪਣੇ ਘਰ ਤੱਕ ਲੈ ਆਏ। ਉਹਨਾਂ ਦਾ ਘਰ ਪਿਆਰਾ ਅਤੇ ਛੋਟਾ ਜਿਹਾ ਸੀ। ਭੋਰਾ ਠਹਿਰ ਕੇ ਸਨੋ ਵਾਈਟ ਨੇ ਬੂਹਾ ਖੋਲ੍ਹਿਆ। ਅੰਦਰ ਸਭ ਕੁਝ ਬਹੁਤ ਨਿੱਕਾ ਜਿਹਾ ਸੀ ਅਤੇ ਸਾਫ਼ ਵੀ ਨਹੀਂ ਸੀ। ਉਹਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਘਰ ਹੈ ਕਿਹਦਾ, ਪਰ ਉਹ ਇੱਥੋਂ ਜਾਂਦੀ ਵੀ ਤਾਂ ਕਿੱਥੇ, ਤੇ ਉਹਨੇ ਸਾਫ਼ ਸਫਾਈ ਸ਼ੁਰੂ ਕਰ ਦਿੱਤੀ। ਘਰ ਨੂੰ ਚਕਾਚਕ ਕਰਨ ਤੋਂ ਬਾਅਦ ਉਹਨੇ ਛੋਟੇ-ਛੋਟੇ ਭਾਂਡਿਆਂ ਵਿੱਚ ਬਣਾ ਕੇ ਕੁਝ ਖਾਧਾ। ਬਾਕੀ ਚੀਜ਼ਾਂ ਵਾਂਗ ਇਸ ਘਰ ਦੇ ਬੈੱਡ ਵੀ ਛੋਟੇ ਸੀ। ਸਨੋ ਵਾਈਟ ਇੰਨੀ ਥੱਕ ਚੁੱਕੀ ਸੀ ਕਿ ਉਹ ਜਿੱਥੇ ਸੀ ਉੱਥੇ ਹੀ ਸੋ ਸਕਦੀ ਸੀ। ਉਹਨੇ ਸੋਚਿਆ ਕਿ ਇੱਥੇ ਉਹ ਸੇਫ ਹੈ ਤੇ 3 ਬੈੱਡ ਜੋੜ ਕੇ ਉਹਨਾਂ ਉੱਤੇ ਸੋ ਗਈ। ਸਾਂਝ ਵੇਲੇ 7 ਡਵਾਰਫ ਜਿਨ੍ਹਾਂ ਦਾ ਇਹ ਘਰ ਸੀ ਕੰਮ ਕਰਕੇ ਮੁੜ ਕੇ ਆਪਣੇ ਘਰ ਆਏ। ਉਹਨਾਂ ਨੂੰ ਬੜੀ ਖੁਸ਼ੀ ਹੋਈ ਕਿ ਘਰ ਇੰਨਾ ਸਾਫ਼ ਸੀ ਅਤੇ ਵਧੀਆ ਖਾਣੇ ਦੀ ਵਾਸ਼ਨਾ ਵੀ ਆ ਰਹੀ ਸੀ। ਆਦਤ ਤੋਂ ਮਜਬੂਰ ਇੱਕ ਤੋਂ ਭੋਰਾ ਖਾਣਾ ਡਿੱਗ ਹੀ ਗਿਆ। ਇੱਕ ਡਵਾਰਫ ਸੋਚ ਰਿਹਾ ਸੀ ਕਿ ਹੋ ਕੀ ਰਿਹਾ ਹੈ ਇੱਥੇ। ਕੁਝ ਗੜਬੜ ਹੈ। ਕਿੰਨੇ ਕੀਤਾ ਇਹ ਸਾਰਾ ਕੰਮ ਅੱਜ? ਜੇ ਥੋੜਾ ਸੋ ਲਾ ਤਾਂ ਸ਼ਾਇਦ ਜਵਾਬ ਦੇ ਪਾਵਾਂ। ਸੱਤੋਂ ਡਵਾਰਫ ਹੌਲੀ ਜਿਹੇ ਉੱਤੇ ਆਪਣੇ ਬੈੱਡਰੂਮ ਵਿੱਚ ਗਏ। ਜਿੱਦਾਂ ਹੀ ਪਹੁੰਚੇ ਪੈਰਾਂ ਹੇਠ ਧਰਤੀ ਖਿਸਕ ਗਈ।
ਇੰਨੀ ਸੋਹਣੀ ਇੱਕ ਕੁੜੀ ਉਹਨਾਂ ਦੇ ਬੈੱਡ ਤੇ ਸੁੱਤੀ ਪਈ ਸੀ। ਉਹਨਾਂ ਦੀ ਆਵਾਜ਼ ਸੁਣ ਕੇ ਸਨੋ ਵਾਈਟ ਦੀ ਨੀਂਦ ਟੁੱਟ ਗਈ। ਇੰਨੇ ਸਾਰੇ ਲੋਕਾਂ ਨੂੰ ਘੂਰਦੇ ਹੋਏ ਵੇਖ ਕੇ ਉਹ ਡਰ ਗਈ। ਥੋੜਾ ਡਰਦੇ ਹੋਏ ਉਹ ਬੋਲੀ, ਮੈਂ ਸਨੋ ਵਾਈਟ ਹਾਂ, ਮੈਨੂੰ ਮਾਫ ਕਰਿਓ ਜੇ ਮੇਰੇ ਤੋਂ ਕੋਈ ਵੀ ਭੁੱਲ ਹੋਈ। ਮੇਰਾ ਐਸਾ ਕੋਈ ਵੀ ਇਰਾਦਾ ਨਹੀਂ ਸੀ। ਉਹ ਤਾਂ ਅਸੀਂ ਵੀ ਜਾਣਦੇ ਆ, ਪਰ ਨਾ ਤੁਸੀਂ ਸਫਾਈ ਵੀ ਕਰੋ ਤੇ ਖਾਣਾ ਵੀ ਬਣਾਓ। ਡੌਕ ਬੋਲਿਆ, ਅਸੀਂ ਲੋਕੀ 7 ਡਵਾਰਫਸ ਆ। ਇਹ ਹੈਪੀ, ਗ੍ਰੰਪੀ, ਡੋਪੀ, ਸਨੀਜ਼ੀ, ਬੈਸ਼ਫੁਲ ਤੇ ਮੈਂ ਡੌਗ। ਔਰ ਆ ਰਿਹਾ ਸਲੀਪੀ। ਹਾਂ, ਮੈਨੂੰ ਸੌਣ ਦਿਓ। ਸਨੋ ਵਾਈਟ ਬਹੁਤ ਖੁਸ਼ ਸੀ ਕਿ ਹੁਣ ਉਹਦੇ 7 ਹੋਰ ਮਜ਼ੇਦਾਰ ਫਰੈਂਡ ਨੇ। ਉਹਨੇ ਉਹਨਾਂ ਨੂੰ ਆਪਣੀ ਪੂਰੀ ਕਹਾਣੀ ਦੱਸੀ। 7 ਡਵਾਰਫਸ ਨੂੰ ਬੜਾ ਅਫਸੋਸ ਹੋਇਆ ਕਿ ਉਹਦੇ ਨਾਲ ਨਾਇਨਸਾਫੀ ਹੋਈ ਹੈ। ਉਹਨਾਂ ਨੇ ਉਹਨੂੰ ਆਪਣੇ ਨਾਲ ਰਹਿਣ ਲਈ ਕਿਹਾ। ਸਨੋ ਵਾਈਟ ਮੰਨ ਗਈ ਅਤੇ ਉਹ ਹਮੇਸ਼ਾ ਉਹਨਾਂ ਦੀ ਮਦਦ ਕਰਦੀ ਰਹਿੰਦੀ ਸੀ। ਉਹਨਾਂ ਦੇ ਦਿਨ ਬੜੇ ਮਜ਼ੇ ਨਾਲ ਬੀਤ ਰਹੇ ਸੀ, ਪਰ ਬਹੁਤ ਲੰਬੀ ਨਹੀਂ ਚੱਲਣ ਵਾਲੀ ਸੀ ਉਹਨਾਂ ਦੀ ਇਹ ਪਾਰਟੀ। ਇੱਕ ਦਿਨ ਭੈੜੀ ਰਾਣੀ ਨੇ ਮੈਜਿਕ ਮਿਰਰ ਨੂੰ ਫੇਰ ਉਹੀ ਸਵਾਲ ਪੁੱਛਿਆ, ਮਿਰਰ, ਮੈਨੂੰ ਇਹ ਤਾਂ ਦੱਸ, ਕੌਣ ਹੈ ਸਭ ਤੋਂ ਸੋਹਣੀ ਇੱਥੇ? ਮਾਫ ਕਰਿਓ ਰਾਣੀ, ਸਾਡੀ ਸਨੋ ਵਾਈਟ ਹੈ ਸਭ ਤੋਂ ਸੋਹਣੀ। ਪਰ ਰਾਣੀ ਨੂੰ ਤਾਂ ਇਹ ਲੱਗਿਆ ਸੀ ਕਿ ਉਹ ਮਰ ਚੁੱਕੀ ਹੈ। ਉਹਨੂੰ ਨਹੀਂ ਪਤਾ ਸੀ ਕਿ ਸਿਪਾਹੀ ਨੇ ਕੰਮ ਨਹੀਂ ਕੀਤਾ ਅਤੇ ਆਪੇ ਹੀ ਇਹ ਕੰਮ ਮੁਕਾਉਣ ਦਾ ਸੋਚਿਆ। ਉਸ ਘਰ ਵਿੱਚ ਇੱਕ ਸੁਹਾਣੀ ਸਵੇਰ ਸੀ। ਸਨੋ ਵਾਈਟ 7 ਡਵਾਰਫਸ ਨੂੰ ਕੰਮ ਤੇ ਭੇਜ ਰਹੀ ਸੀ, ਉਹਨਾਂ ਨੂੰ ਇੱਕ ਕਿਸ ਦੇ ਕੇ। ਡੌਕ ਨੇ ਆਪਣੀ ਵਾਰਨਿੰਗ ਸਨੋ ਵਾਈਟ ਨੂੰ ਉਸ ਦਿਨ ਵੀ ਦੱਸੀ। ਸਾਡੇ ਰੂਲਸ ਯਾਦ ਹੈ ਨਾ, ਕੋਈ ਵੀ ਉੱਪਰੋਂ ਬੰਦਾ ਆਏ, ਬੂਹਾ ਖੜਕਾਏ ਤੇ ਖੋਲਣਾ ਨਹੀਂ। ਓਕੇ ਡੌਕ, ਪਰ ਤੁਸੀਂ ਦੇਰ ਨਾ ਕਰਿਓ। ਸਨੋ ਵਾਈਟ ਖਾਣਾ ਬਣਾ ਰਹੀ ਸੀ। ਉਸੇ ਵੇਲੇ ਬੂਹੇ ਤੇ ਖਟਖਟ ਹੋਈ। ਡਵਾਰਫਸ ਇਸ ਟਾਈਮ ਤਾਂ ਨਹੀਂ ਮੁੜ ਕੇ ਆਉਂਦੇ। ਕੌਣ ਹੈ ਉੱਥੇ? ਡੌਕ, ਤੁਸੀਂ ਹੋ? ਬਾਹਰੋਂ ਇੱਕ ਬੁੱਢੀ ਜਨਾਨੀ ਦੀ ਆਵਾਜ਼ ਆਈ। ਮੈਂ ਵਿਚਾਰੀ ਤੁਹਾਡਾ ਕੀ ਵਿਗਾੜ ਦਵਾਂਗੀ, ਖੋਲੋ ਤਾਂ ਸਹੀ। ਪੀਪ ਹੋਲ ਵਿੱਚੋਂ ਵੇਖਿਆ ਤਾਂ ਇੱਕ ਕਮਜ਼ੋਰ ਜਿਹੀ ਬੁੱਢੀ ਜਨਾਨੀ ਦਿਸੀ। ਉਹਨੇ ਸੋਚਿਆ, ਇਹ ਭਲਾ ਕੀ ਨੁਕਸਾਨ ਕਰੂਗੀ ਮੇਰਾ, ਅਤੇ ਉਹਨੇ ਬੂਹਾ ਖੋਲ ਦਿੱਤਾ। ਹਾਏ ਮੇਰੀ ਸੋਹਣੀ ਕੁੜੀ, ਮੈਂ ਇੱਥੋਂ ਲੰਘ ਰਹੀ ਸੀ, ਜੇ ਕੁਝ ਖਾਣ ਨੂੰ ਦੇ ਦਿੰਦੀ ਧੀਏ, ਸੀਸਾਂ ਦਵਾਂਗੀ ਤੈਨੂੰ। ਸਨੋ ਵਾਈਟ ਨੇ ਉਹਨੂੰ ਅੰਦਰ ਬੁਲਾਇਆ ਤੇ ਗਰਮ ਖਾਣਾ ਦਿੱਤਾ। ਰੱਬ ਤੇਰਾ ਭਲਾ ਕਰੇ ਕੁੜੀਏ, ਮੇਰੇ ਕੋਲ ਪੈਸੇ ਤਾਂ ਹੈ ਨਹੀਂ, ਪਰ ਇੱਕ ਬਹੁਤ ਵਧੀਆ ਐਪਲ ਹੈ। ਇਸ ਐਪਲ ਦੀ ਇੱਕ ਬਾਈਟ ਵਿੱਚ ਜਾਦੂ ਹੈ। ਸਨੋ ਵਾਈਟ ਨੇ ਛੇਤੀ ਹੀ ਉਹਦੀ ਇੱਕ ਬਾਈਟ ਲਿੱਤੀ ਅਤੇ ਉਹ ਚੱਕਰ ਖਾ ਕੇ ਡਿੱਗ ਪਈ। ਇਹ ਬੁੱਢੀ ਜਨਾਨੀ ਹੋਰ ਕੋਈ ਨਹੀਂ ਬਲਕਿ ਉਹ ਹੀ ਭੈੜੀ ਰਾਣੀ ਸੀ ਅਤੇ ਉਸ ਐਪਲ ਵਿੱਚ ਜਾਦੂ ਨਹੀਂ, ਜ਼ਹਿਰ ਸੀ। ਉਹਦੀ ਇੱਕ ਬਾਈਟ ਵਿੱਚ ਇੰਨਾ ਜ਼ਹਿਰ ਸੀ ਕਿ ਸਨੋ ਵਾਈਟ ਐਸੀ ਨੀਂਦ ਵਿੱਚ ਸੋ ਜਾਵੇ ਕਿ ਫੇਰ ਕਦੀ ਉੱਠ ਹੀ ਨਾ ਸਕੇ। ਜਦੋਂ 7 ਡਵਾਰਫਸ ਘਰ ਆਏ, ਉਹਨਾਂ ਨੂੰ ਸਨੋ ਵਾਈਟ ਧਰਤੀ ਤੇ ਡਿੱਗੀ ਮਿਲੀ। ਡੌਕ ਨੇ ਵੇਖਿਆ ਉਸ ਐਪਲ ਨੂੰ। ਸਨੋ ਵਾਈਟ ਸੁੱਤੀ ਹੋਈ ਵੀ ਬਹੁਤ ਸੋਹਣੀ ਲੱਗ ਰਹੀ ਸੀ। ਡਵਾਰਫਸ ਨੇ ਉਹਨੂੰ ਇੱਕ ਗਲਾਸ ਬਾਕਸ ਵਿੱਚ ਸਜਾਵਟ ਦੇ ਨਾਲ ਰੱਖ ਦਿੱਤਾ ਅਤੇ ਜੰਗਲ ਵਿੱਚ ਐਸੇ ਥਾਂ ਤੇ ਰੱਖਿਆ ਜਿੱਥੇ ਉਹਦੇ ਸਾਰੇ ਦੋਸਤ ਉਹਨੂੰ ਮਿਲ ਸਕਦੇ ਸੀ। ਇੱਕ ਦਿਨ ਇੱਕ ਪ੍ਰਿੰਸ ਉਸੇ ਜੰਗਲ ਵਿੱਚ ਆਇਆ ਜਦੋਂ ਸਨੋ ਵਾਈਟ ਸੋ ਰਹੀ ਸੀ ਅਤੇ ਪੰਛੀਆਂ ਨੇ ਉਹਨੂੰ ਰਸਤਾ ਵਿਖਾਇਆ ਉੱਥੇ ਦਾ ਜਿੱਥੇ ਸਨੋ ਵਾਈਟ ਸੋ ਰਹੀ ਸੀ। ਪ੍ਰਿੰਸ ਨੂੰ ਭਰੋਸਾ ਨਹੀਂ ਹੋਇਆ ਕਿ ਇਹ ਉਹੀ ਸੋਹਣੀ ਪ੍ਰਿੰਸੈਸ ਹੈ ਜਿਹਦੀ ਰਿਫਲੈਕਸ਼ਨ
ਉਹਨੇ ਇੱਕ ਵਾਰੀ ਪਾਣੀ ਵਿੱਚ ਵੇਖੀ ਸੀ ਅਤੇ ਕਈ ਵਾਰੀ ਸੁਪਨਿਆਂ ਵਿੱਚ। ਉਹਨੇ ਗਲਾਸ ਬਾਕਸ ਦਾ ਕਵਰ ਹਟਾਇਆ, ਸਨੋ ਵਾਈਟ ਨੂੰ ਕਿਸ ਕੀਤਾ। ਉਸੇ ਪਲ ਸਨੋ ਵਾਈਟ ਤੇ ਪ੍ਰਿੰਸ ਦੋਨਾਂ ਦੇ ਸੁਪਨੇ ਸੱਚ ਹੋ ਗਏ। ਉਹਨਾਂ ਦਾ ਪਿਆਰ ਬੁਰਾਈ ਤੋਂ ਜਿੱਤ ਗਿਆ ਅਤੇ ਸਨੋ ਵਾਈਟ ਮੁੜ ਕੇ ਠੀਕ ਹੋ ਗਈ। ਉਸੇ ਵੇਲੇ ਰਾਜਾ ਨੂੰ ਆਪਣੀ ਧੀ ਦੇ ਨਾਲ ਹੋਏ ਅਤਿਆਚਾਰਾਂ ਦਾ ਪਤਾ ਲੱਗਿਆ ਅਤੇ ਉਹਨੇ ਮੈਜਿਕ ਮਿਰਰ ਨੂੰ ਤੋੜ ਦਿੱਤਾ ਅਤੇ ਰਾਣੀ ਨੂੰ ਕੈਸਲ ਤੋਂ ਦੂਰ ਭੇਜ ਦਿੱਤਾ। ਸਨੋ ਵਾਈਟ ਆਪਣੇ ਘਰ ਆਪਣੇ ਕੈਸਲ ਮੁੜ ਆਈ, ਆਪਣੇ ਪਾਪਾ ਦੇ ਕੋਲ। ਸਨੋ ਵਾਈਟ ਤੇ ਪ੍ਰਿੰਸ ਦਾ ਵਿਆਹ ਬਹੁਤ ਸ਼ਾਨਦਾਰ ਹੋਇਆ। ਸਨੋ ਵਾਈਟ, ਰਾਜਾ, ਪ੍ਰਿੰਸ ਅਤੇ 7 ਡਵਾਰਫਸ ਮਿਲ ਕੇ ਹਮੇਸ਼ਾ ਖੁਸ਼ੀ ਦੇ ਨਾਲ ਰਹੇ।